आप लिहो तुम ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤ ਤੋਬਨ ਜਬ ਗਹਿ ਲਈ, ਅਪਰ ਨਹੀਂ ਕੋ ਆਏ। ਬਿਸ਼ਨ ਸਿੰਘ ਬਹੁ ਹਰਖ ਉਰ, ਗੁਰ ਢਿਗ ਪਹੁੰਚਿਓ ਤਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਜੇਠ ਦਾ ਮਹੀਨਾ ਸੁੱਖਾਂ ਦਾ ਬਤੀਤ ਹੋਇਆ ਹੈ। ਅੱਜ ਹਾੜ ਦੀ ਸੰਗਰਾਂਦ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਾੜ ਦੇ ਮਹੀਨੇ ਬਾਰੇ ਆਪਣੀ ਬਾਣੀ ਵਿੱਚ ਬਚਨ ਕੀਤਾ ਹੈ। ਆਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹੈ, ਸੁਖ ਹੈ ਅਗਨ ਪਖੈ। ਔਰ 12ਵਾਂ ਮਾਝ ਵਿੱਚ ਵੀ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੋ ਨਾ ਜਿਨ੍ਹਾਂ ਪਾਸ। ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਨਹੀਂ ਪ੍ਰਾਪਤ ਹੋਇਆ, ਜਿਹੜੇ ਪ੍ਰਭੂ ਦੀ ਪ੍ਰੇਮਾ ਭਗਤੀ ਤੋਂ ਵਾਂਝੇ ਹਨ, ਉਹਨਾਂ ਨੂੰ ਇਹ ਹਾੜ ਦਾ ਮਹੀਨਾ ਬੜਾ ਤਪਸ਼ ਵਾਲਾ, ਬਹੁਤ ਜ਼ਿਆਦਾ ਦੁਖਦਾਈ ਜਾਪਦਾ ਹੈ। ਸੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ। ਹਾੜ ਦਾ ਮਹੀਨਾ ਅਜ ਆਰੰਭ ਹੋਇਆ ਹੈ। ਮਹਾਰਾਜ ਕਿਰਪਾ ਕਰਨ, ਸਾਨੂੰ ਆਪਣੇ ਪਿਆਰ ਵਿੱਚ ਪ੍ਰੇਮਾ ਭਗਤੀ 'ਚ ਰੰਗ ਲੈਣ। ਜਿਵੇਂ ਸਾਹਿਬ ਨੇ ਕਿਹਾ, ਆਸਾੜ ਸੁਹੰਦਾ ਤਿਸ ਲੱਗਾ, ਜਿਸ ਮਨ ਹਰ ਚਰਨ ਨਿਵਾਸ। ਉਹਨਾਂ ਨੂੰ ਇਹ ਮਹੀਨਾ ਬੜਾ ਸੋਭਨੀਕ ਹੈ, ਸੁਖਦਾਈ ਹੈ, ਜਿਨ੍ਹਾਂ ਦੇ ਮਨ ਵਿੱਚ ਵਾਹਿਗੁਰੂ ਦੇ ਚਰਨ ਵਸ ਜਾਂਦੇ ਹਨ। ਸੋ ਸਤਿਗੁਰੂ ਕਿਰਪਾ ਕਰਨ, ਸਾਨੂੰ ਵੀ ਆਪਣੀ ਪ੍ਰੇਮਾ ਭਗਤੀ ਬਖਸ਼ ਦੇਣ। ਸਾਡਾ ਵੀ ਇਹ ਲੋਕ ਪਰਲੋਕ ਸਤਿਗੁਰੂ ਸਵਾਰ ਲੈਣ। ਸੋ ਇਹ ਪਾਵਨ ਗੁਰੂ ਮਹਾਰਾਜ ਦਾ ਇਤਿਹਾਸ ਜੋ ਚੱਲ ਰਿਹਾ ਹੈ, ਆਓ ਹੁਣ ਸਰਵਣ ਕਰੀਏ। ਜਦੋਂ ਜਾਦੂਗਰਨੀ ਧੋਬਣ ਜੋ ਕਾਮਰੂ ਦੇਸ਼ ਦੇ ਰਾਜੇ ਵੱਲੋਂ ਆਈ ਸੀ, ਉਹ ਗੁਰੂ ਸਾਹਿਬ ਜੀ ਨੇ ਉਹਦਾ ਜਾਦੂ ਟੂਣਾ ਫੇਲ ਕਰਕੇ ਫੜ ਲਈ ਹੈ। ਔਰ ਉਧਰ ਰਾਜੇ ਨੂੰ ਖਬਰ ਮਿਲੀ ਹੈ, ਕਾਮਰੂਪ ਦੇਸ਼ ਦੇ ਰਾਜੇ ਨੂੰ। ਉਹ ਵੀ ਬੜਾ ਇਸ ਗੱਲ 'ਤੇ ਚਿੰਤਤ ਹੋਇਆ ਹੈ। ਇੱਧਰ ਬਿਸ਼ਨ ਸਿੰਘ ਰਾਜਾ ਬੜਾ ਖੁਸ਼ ਹੈ, ਗੁਰੂ ਸਾਹਿਬ ਦੀ ਚਰਨ ਸ਼ਰਨ ਵਿੱਚ ਆ ਕੇ ਗੁਰੂ ਸਾਹਿਬ ਤੋਂ ਆਸ਼ਵਾਸਨ ਹੌਸਲਾ ਲੈਂਦਾ ਹੈ। ਆਓ ਹੁਣ ਅੱਗੇ ਕਥਾ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਜੋੜੀਏ। ਇਕਾਗਰ ਚਿੱਤ ਹੋ ਕੇ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਤ ਤੋਬਨ ਜਬ ਗਹਿ ਲਈ। ਇੱਧਰ ਜਦੋਂ ਧੋਬਣ ਗੁਰੂ ਸਾਹਿਬ ਜੀ ਨੇ ਫੜ ਲਈ ਹੈ ਆਪਣੀ ਸ਼ਕਤੀ ਦੇ ਨਾਲ, ਕਿਉਂਕਿ ਉਹ ਜਾਦੂ ਟੂਣੇ ਕਰਕੇ ਡਰਾਉਂਦੀ ਸੀ। ਗੁਰੂ ਸਾਹਿਬ ਉੱਤੇ ਵੀ ਬੜਾ ਭਾਰੀ ਪੱਥਰ ਦਾ ਵਾਰ ਕੀਤਾ ਸੀ, ਜਿਹੜਾ ਪੱਥਰ ਅੱਜ ਵੀ ਉੱਥੇ ਚਟਾਨ ਪਈ ਹੈ ਧੂਬੜੀ ਸਾਹਿਬ ਗੁਰਦੁਆਰੇ ਵਿੱਚ। ਉਹ ਮਹਾਰਾਜ ਦੀ ਸ਼ਰਨ ਆ ਗਈ ਅਤੇ ਸਤਿਗੁਰੂ ਜੀ ਨੇ ਉਹਨੂੰ ਵਰ ਵੀ ਦਿੱਤਾ ਵੀ ਤੇਰੇ ਨਾਂ 'ਤੇ ਜਗ੍ਹਾ ਦਾ ਨਾਮ ਹੀ ਧੂਬੜੀ ਹੋਵੇਗਾ। ਉਹ ਧੂਬੜੀ, ਉਹ ਧੋਬਣ ਜਾਦੂ ਟੂਣੇ ਕਰਨ ਵਾਲੀ ਜਦੋਂ ਸਤਿਗੁਰੂ ਜੀ ਨੇ ਕਾਬੂ ਕਰ ਲਈ ਹੈ, ਅਪਰ ਨਹੀਂ ਕੋ ਆਏ। ਫਿਰ ਹੋਰ ਕਿਸੇ ਜਾਦੂਗਰਨੀ ਦਾ ਹੌਸਲਾ ਹੀ ਨਹੀਂ ਪਿਆ ਕਿ ਰਾਜੇ ਬਿਸ਼ਨ ਸਿੰਘ ਦੀਆਂ ਫੌਜਾਂ ਨੂੰ ਡਰਾਉਣ ਵਾਸਤੇ ਆ ਸਕੇ। ਬਿਸ਼ਨ ਸਿੰਘ ਬਹੁ ਹਰਖ ਉਰ, ਰਾਜਾ ਬਿਸ਼ਨ ਸਿੰਘ ਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ। ਗੁਰ ਢਿਗ ਪਹੁੰਚਿਓ ਤਾਏ। ਔਰ ਰਾਜਾ ਬਿਸ਼ਨ ਸਿੰਘ ਸਤਿਗੁਰੂ ਜੀ ਦੇ ਕੋਲ ਆਇਆ ਹੈ। ਚੌਪਈ ਕਰੀ ਬੰਦਨਾ ਬੈਠਿਓ ਆਨ। ਮਹਾਰਾਜ ਨੂੰ ਨਮਸਕਾਰ ਕਰਕੇ ਮੱਥਾ ਟੇਕ ਕੇ ਆ ਬੈਠਾ ਹੈ। ਬਿਨਤੀ ਕੇ ਜੁਤ ਕਰਤ ਬਖਾਨ। ਔਰ ਬੇਨਤੀ ਰੂਪੀ ਬਚਨ ਰਾਜਾ ਬਿਸ਼ਨ ਸਿੰਘ ਕਰਦਾ ਹੈ। ਰਾਵਰ ਕੇ ਪ੍ਰਤਾਪ ਤੇ ਜਾਨਾ। ਇਹ ਸੱਚੇ ਪਾਤਸ਼ਾਹ, ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੀ ਬਖਸ਼ਿਸ਼ ਨਾਲ, ਆਪ ਜੀ ਦੀ ਪ੍ਰਤਾਪ ਸ਼ਕਤੀ ਨਾਲ ਜਾਣਿਆ ਹੈ। ਫਤਿਹ ਹੋਏ ਮਮ ਕਾਜ ਮਹਾਨ। ਤੁਹਾਡੇ ਪ੍ਰਤਾਪ ਸਦਕਾ ਮੇਰਾ ਕਾਰਜ ਫਤਿਹ ਹੋਵੇਗਾ, ਮੈਨੂੰ ਫਤਿਹਯਾਬੀ ਹਾਸਲ ਹੋਵੇਗੀ।
ਤਉ ਸੁਨਹੁ ਪ੍ਰਭ ਜੀ ਮਮ ਅਰਜ਼ੀ। ਫਿਰ ਵੀ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਮੇਰੀ ਬੇਨਤੀ ਸੁਣੋ। ਸਭ ਲਸ਼ਕਰ ਬਰਤ ਹੈ ਤੁਮ ਮਰਜ਼ੀ। ਸਾਰੀਆਂ ਫੌਜਾਂ ਮਹਾਰਾਜ ਜਿੰਨੀਆਂ ਵੀ ਮੇਰੇ ਕੋਲ ਹਨ ਇਹ ਸਾਰੀਆਂ ਤੁਹਾਡੇ ਹੁਕਮ ਵਿੱਚ ਚੱਲਦੀਆਂ। ਜੋ ਆਪ ਜੀ ਇਹਨਾਂ ਨੂੰ ਹੁਕਮ ਦਿੰਦੇ ਹੋ ਇਹ ਫੌਜਾਂ ਉਹ ਹੁਕਮ ਮੰਨਣ ਨੂੰ ਹਰ ਵੇਲੇ ਤਿਆਰ ਬਰ ਤਿਆਰ ਹਨ। ਦੇਖ ਸਿਦਕ ਸਭ ਕੇ ਉਰ ਹੋਵਾ। ਆਪ ਜੀ ਦਾ ਇਹ ਕੌਤਕ ਵੇਖ ਕੇ ਆਪ ਜੀ ਨੇ ਜੋ ਇਹ ਜਾਦੂਗਰਨੀ ਦਾ ਜਾਦੂ ਫੇਲ ਕਰ ਦਿੱਤਾ ਹੈ। ਹੁਣ ਸਾਰਿਆਂ ਦਾ ਭਰੋਸਾ ਪੱਕਾ ਹੋ ਗਿਆ। ਜਿਹੜੇ ਨਹੀਂ ਵੀ ਸੀ ਮੰਨਦੇ ਗੁਰੂ ਘਰ ਨੂੰ ਉਹ ਵੀ ਮੰਨਣ ਲੱਗ ਪਏ ਹਨ। ਮਹਾਤਰਾਸ ਮੰਤਰਨ ਕੋ ਖੋਵਾ। ਜਿਹੜਾ ਮਹਾਰਾਜ ਮੰਤਰਾਂ ਜੰਤਰਾਂ ਦਾ ਵੱਡਾ ਭਾਰੀ ਡਰ ਸੀ, ਜਿਹੜਾ ਕਾਮਰੂਪ ਦੇਸ਼ ਦੀਆਂ ਜਾਦੂਗਰਨੀਆਂ ਨੇ ਸਾਡੇ ਵਿੱਚ ਬਹੁਤ ਭਾਰੀ ਡਰ ਬਿਠਾਇਆ ਹੋਇਆ ਸੀ, ਭੈ ਬਿਠਾਇਆ ਹੋਇਆ ਸੀ, ਉਹ ਦੂਰ ਹੋ ਗਿਆ ਹੈ। ਬਹੁਤ ਕਾਲ ਬੀਤਿਓ ਹਮ ਆਏ। ਇਹ ਸਤਿਗੁਰੂ ਜੀ ਬਹੁਤ ਸਮਾਂ ਬੀਤ ਗਿਆ ਹੈ ਸਾਨੂੰ ਇਸ ਪਾਸੇ ਆਇਆ ਹੋਇਆ। ਖਰਚੇ ਕੋਸ਼ ਦਰਬ ਸਮੁਦਾਏ। ਲੱਖਾਂ ਰੁਪਈਆ ਇਸ ਜੰਗ ਤੇ ਮਹਾਰਾਜ ਖਰਚ ਹੋ ਚੁੱਕਾ ਹੈ। ਖਜ਼ਾਨੇ ਖਾਲੀ ਹੋ ਗਏ ਨੇ। ਮਹਾਰਾਜ ਫੌਜਾਂ ਦੀਆਂ ਤਨਖਾਹਾਂ, ਅਸਲਾ ਅਤੇ ਇਹ ਜਿਹੜੇ ਜ਼ਰੂਰੀ ਬੁਨਿਆਦੀ ਖਰਚੇ ਹਨ ਉਸ ਤੋਂ ਇਲਾਵਾ ਵੀ ਹਜ਼ਾਰਾਂ ਲੱਖਾਂ ਦਾ ਖਰਚਾ ਵਾਧੂ ਪੈ ਰਿਹਾ ਹੈ। ਬਿਸਰੇ ਸਦਨ ਰਹੇ ਸਭ ਐਸੇ। ਔਰ ਆਪਣੇ ਘਰਾਂ ਤੋਂ ਕਿਸੇ ਨੂੰ 6 ਮਹੀਨੇ ਸਾਲ ਬਾਹਰ ਰਹਿਣਾ ਪੈ ਜਾਵੇ ਬੜਾ ਔਖਾ ਹੁੰਦਾ ਹੈ। ਮਹਾਰਾਜ ਆਪਣੇ ਘਰਾਂ ਤੋਂ ਦੂਰ ਬੈਠੇ ਹੋਏ ਹਾਂ। ਰਿਪ ਜੋਰ ਪਰਿਓ ਨਹ ਕੈਸੇ। ਇਹ ਸਤਿਗੁਰੂ ਜੀ ਦੁਸ਼ਮਣ ਦਾ ਮੁਕਾਬਲਾ ਅਸੀਂ ਕਰ ਰਹੇ ਹਾਂ ਪਰ ਨਾ ਸਾਡਾ ਜ਼ੋਰ ਪਿਆ ਨਾ ਦੁਸ਼ਮਣ ਦਾ, ਨਾ ਜੰਗ ਕਿਸੇ ਪਾਸੇ ਲੱਗ ਰਹੀ ਹੈ, ਨਾ ਕੋਈ ਫੈਸਲਾ ਹੋ ਰਿਹਾ ਹੈ ਤੇ ਨਾ ਹੀ ਦੁਸ਼ਮਣ ਨੇ ਸਾਡੀ ਈਨ ਮੰਨੀ ਹੈ। ਨਹੀਂ ਬਾਹਨੀ ਪਾਰ ਉਤਾਰੀ। ਔਰ ਸਾਡੀ ਫੌਜ ਦਰਿਆ ਪਾਰ ਨਹੀਂ ਕਰ ਸਕੀ। ਬ੍ਰਹਮਪੁੱਤਰ ਦਰਿਆ ਦੇ ਉਰਲੇ ਪਾਸੇ ਹੀ ਬੈਠੇ ਹਾਂ, ਪਰਲੇ ਪਾਸੇ ਜਾਣ ਦੀ ਸਾਡੀ ਜੁਰਤ ਨਹੀਂ ਪੈ ਰਹੀ ਕਿਉਂਕਿ ਉਸ ਪਾਸੇ ਕਾਮਰੂ ਦੇਸ਼ ਦਾ ਰਾਜਾ ਆਪਣੀਆਂ ਫੌਜਾਂ ਲੈ ਕੇ ਬੈਠਾ ਹੈ। ਨਹਿ ਸੰਗਰਾਮ ਮਚਿਓ ਪੈਕਾਰੀ। ਨਾ ਫੌਜਾਂ ਦਰਿਆ ਪਾਰ ਹੋਈਆਂ ਨੇ ਤੇ ਨਾ ਹੀ ਜੰਗ ਹੋਇਆ। ਯਾਨੀ ਜੇ ਦਰਿਆ ਪਾਰ ਹੋਵਾਂਗੇ ਤਾਂ ਹੀ ਲੜਾਈ ਹੋਵੇਗੀ ਜਾਂ ਉਹ ਉਰਲੇ ਪਾਸੇ ਆਉਣਗੇ ਤਾਂ ਲੜਾਂਗੇ। ਸੋ ਵੱਖਰੇ ਵੱਖਰੇ ਕਿਨਾਰਿਆਂ ਤੇ ਬ੍ਰਹਮਪੁੱਤਰ ਦੇ ਅਸੀਂ ਬੈਠੇ ਹਾਂ ਤੇ ਮਹਾਰਾਜ ਯੁੱਧ ਨਹੀਂ ਹੋ ਸਕਿਆ ਤੇ ਨਾ ਸਾਨੂੰ ਫਤਿਹ ਪ੍ਰਾਪਤ ਹੋਈ ਹੈ। ਕਬ ਲਗ ਇਹ ਠਾਂ ਬੈਠੇ ਰਹਾ। ਇਹ ਸਤਿਗੁਰੂ ਜੀ ਕਿੰਨਾ ਚਿਰ ਇਸ ਥਾਂ ਤੇ ਬੈਠੇ ਰਵਾਂਗੇ। ਉਮਰਾਵ ਜੇ ਉਕਲਾਵਤ ਹੈ। ਜਿੰਨੇ ਵੀ ਅਫਸਰ ਹਨ, ਜਿੰਨੇ ਮੇਰੇ ਨਾਲ ਆਏ ਹੋਏ ਫੌਜੀ ਜਰਨੈਲ ਹਨ, ਉਹਨਾਂ ਦਾ ਮਨ ਵੀ ਉਪਰਾਮ ਹੋ ਗਿਆ ਹੈ। ਉਹ ਵੀ ਹੁਣ ਕਾਹਲੇ ਪੈ ਰਹੇ ਨੇ। ਘਰਾਂ ਤੋਂ ਆਇਆਂ ਨੂੰ ਇੰਨਾ ਸਮਾਂ ਹੋ ਗਿਆ ਹੈ। ਸਾਰੇ ਮੈਨੂੰ ਕਹਿੰਦੇ ਆ ਵੀ ਰਾਜਾ ਜੀ ਜੰਗ ਦਾ ਕੋਈ ਨਿਬੇੜਾ ਕਰੀਏ, ਕਿਸੇ ਪਾਸੇ ਗੱਲ ਲਾਈਏ। ਜੇ ਗੱਲ ਇੱਕ ਬੰਨੇ ਲੱਗ ਜਾਏਗੀ ਤੇ ਫਿਰ ਅਸੀਂ ਸੁਖੀ ਹੋਵਾਂਗੇ, ਸੁਖਾਲੇ ਹੋਵਾਂਗੇ। ਜਿਉਂ ਜਿਉਂ ਕਰੁਣਾ ਤੁਮਰੀ ਜੋਵੈ। ਹੇ ਸਤਿਗੁਰੂ ਜੀ ਜਿਵੇਂ ਜਿਵੇਂ ਤੁਹਾਡੀ ਕਿਰਪਾ ਵੇਖਦੇ ਹਨ ਇਸ ਮੁਹਿੰਮ ਤੇ ਛੁਟਬੋ ਹੋਵੈ। ਇਹ ਆਸ ਲਾਂਦੇ ਵੀ ਗੁਰੂ ਸਾਹਿਬ ਹੀ ਸਾਡਾ ਇਸ ਮੁਹਿੰਮ ਤੋਂ ਖਹਿੜਾ ਛੁਡਾਉਣਗੇ, ਇਸ ਮੁਹਿੰਮ ਤੋਂ ਛੁਟਕਾਰਾ ਕਰਾਉਣਗੇ। ਦੀਨ ਬੰਦ ਜੀ ਕਰੋ ਸਹਾਈ। ਹੇ ਦੀਨਾ ਬੰਧੂ ਸਤਿਗੁਰੂ ਜੀ ਸਾਡੀ ਸਹਾਇਤਾ ਕਰੋ। ਵੱਡ ਕਲੇਸ਼ ਤੇ ਲਿਹੋ ਬਚਾਈ। ਇਹ ਬੜਾ ਵੱਡਾ ਕਲੇਸ਼ ਸਾਡੇ ਗਲ ਪੈ ਰਿਹਾ ਹੈ। ਔਰੰਗਜ਼ੇਬ ਬਾਦਸ਼ਾਹ ਦੀ ਜਿੱਦ ਹੈ ਵੀ ਕਾਮਰੂਪ ਦੇਸ਼ ਦੇ ਰਾਜੇ ਤੋਂ ਹੀਨ ਮਨਾਣੀ ਹੈ ਤੇ ਇਸ ਕੰਮ ਲਈ ਸਾਨੂੰ ਭੇਜ ਦਿੱਤਾ ਹੈ। ਇਹ ਮੁਗਲਾਂ ਦੀ ਸਿਆਸਤ ਵੀ ਸੀ। ਹਿੰਦੂ ਰਾਜਿਆਂ ਨਾਲ ਹਿੰਦੂ ਰਾਜਿਆਂ ਨੂੰ ਹੀ ਲੜਾਉਂਦੇ ਸਨ ਤਾਂ ਕਿ ਹਿੰਦੂ ਰਾਜਿਆਂ ਦਾ ਆਪਸ 'ਚ ਵੈਰ ਵਿਰੋਧ ਬਣਿਆ ਰਹੇ, ਉਹਨਾਂ ਦੀ ਤਾਕਤ ਵੀ ਘਟੀ ਰਹੇ, ਉਹ ਰਾਜ ਸੱਤਾ ਦੇ ਵਿੱਚ ਕਾਮਯਾਬ ਵੀ ਨਾ ਹੋ ਸਕਣ। ਸੋ ਮਹਾਰਾਜ ਜੀ ਇਹ ਜਿਹੜੀ ਮੁਹਿੰਮ 'ਤੇ ਅਸੀਂ ਆਏ ਹਾਂ ਇਹ ਨਾ ਫਤਿਹ ਹੋ ਰਹੀ ਹੈ, ਨਾ ਇਹਦਾ ਕੋਈ ਫੈਸਲਾ ਹੋ ਰਿਹਾ ਹੈ। ਇੰਨੇ ਲੰਮੇ ਸਮੇਂ ਤੋਂ ਦਰਿਆ ਦੇ ਕੰਢੇ 'ਤੇ ਬੈਠੇ ਲੱਖਾਂ ਰੁਪਈਆਂ ਦਾ ਰੋਜ਼ ਖਰਚਾ ਕਰ ਰਹੇ ਹਾਂ।
ਲੋਕ ਹਜ਼ਾਰੋ ਤੁਮ ਦਿਸ਼ ਹੇਰਤ। ਹਜ਼ਾਰਾਂ ਫੌਜਾਂ ਮਹਾਰਾਜ ਆਪ ਜੀ ਦੇ ਮੁਖ ਵੱਲ ਦੇਖ ਰਹੀਆਂ ਹਨ। ਆਪ ਜੀ ਕੋਈ ਫੈਸਲਾ ਕਰਾਓਗੇ, ਆਪ ਹੀ ਇਹ ਬੇੜਾ ਬੰਨੇ ਲਾਓਗੇ। ਕਹਿਬੇ ਹੇਤ ਮੋਹਿ ਕੋ ਪ੍ਰੇਰਤ। ਤੇ ਮੇਰੇ ਅਫਸਰ, ਮੇਰੇ ਵੱਡੇ ਵੱਡੇ ਨਵਾਬ, ਰਾਜੇ, ਮਹਾਰਾਜੇ, ਸੈਨਾਪਤੀ, ਜਰਨੈਲ, ਕਰਨੈਲ ਜਿਹੜੇ ਮੇਰੇ ਨਾਲ ਆਏ ਹਨ, ਉਹ ਸਾਰੇ ਮੈਨੂੰ ਕਹਿੰਦੇ ਆ ਵੀ ਗੁਰੂ ਸਾਹਿਬ ਨੂੰ ਬੇਨਤੀ ਕਰ ਕਿ ਸਾਡਾ ਇਸ ਜੰਗ ਤੋਂ ਖਹਿੜਾ ਛੁਡਾ ਦੇਣ। ਸਗਰੋ ਲਸ਼ਕਰ ਸ਼ਰਨ ਤੁਮਾਰੀ। ਹੇ ਸਤਿਗੁਰੂ ਜੀ, ਇਹ ਸਾਰਾ ਲਸ਼ਕਰ, ਸਾਰੀਆਂ ਫੌਜਾਂ, ਸਾਰੀ ਸੈਨਾ ਆਪ ਦੀ ਸ਼ਰਨ ਵਿੱਚ ਹੈ। ਮਹਾਰਾਜ ਕੀਜੈ ਰਖਵਾਰੀ। ਹੇ ਮਹਾਰਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਹੇ ਸੱਚੇ ਪਾਤਸ਼ਾਹ ਜੀ, ਸਾਡੀ ਰਾਖੀ ਕਰੋ। ਰਾਵਰ ਕੋ ਪਰੋਸ ਹੈ ਪਾਰੋ। ਹੇ ਮਹਾਰਾਜ, ਆਪ ਜੀ ਦਾ ਬੜਾ ਵੱਡਾ ਭਰੋਸਾ ਹੈ ਸਾਨੂੰ। ਤੁਹਾਡੇ ਭਰੋਸੇ ਤੇ ਹੀ ਮਹਾਰਾਜ ਇਹ ਜੰਗ ਫਤਿਹ ਹੋਣਾ ਹੈ। ਸ਼ਰਨ ਪਰੇ ਕੋ ਬਿਰਦ ਸੰਭਾਰੋ। ਅਸੀਂ ਆਪ ਦੀ ਸ਼ਰਨ ਆ ਸਤਿਗੁਰੂ ਜੀ, ਆਪਣੇ ਬਿਰਦ ਬਾਣੇ ਦੀ ਲਾਜ ਰੱਖ ਲਓ। ਜਬ ਕਬ ਕਾਰਜ ਤੁਮ ਹੀ ਕਰਨਾ। ਇਹ ਮਹਾਰਾਜ, ਇਹ ਕੰਮ ਜਦੋਂ ਵੀ ਕਰਨਾ ਹੈ ਆਪ ਨਹੀਂ ਕਰਨਾ। ਅੱਜ ਕਰ ਦਿਓ, ਭਾਵੇਂ ਸਾਲ ਨੂੰ ਕਰੋ, ਭਾਵੇਂ 6 ਮਹੀਨਿਆਂ ਨੂੰ ਕਰੋ। ਜਦੋਂ ਵੀ ਇਹ ਮੁਕਾਬਲਾ ਜਾਂ ਇਹ ਲੜਾਈ ਹੋਣੀ ਹੈ, ਜਾਂ ਇਹ ਲੜਾਈ ਟਲਣੀ ਹੈ, ਜਾਂ ਇਹਦਾ ਫੈਸਲਾ ਪੰਚਾਇਤੀ ਤੌਰ ਤੇ ਹੋਣਾ ਹੈ, ਜੋ ਕੁਝ ਵੀ ਹੋਣਾ ਹੈ ਔਰ ਜਿਵੇਂ ਵੀ ਹੋਣਾ ਹੈ ਔਰ ਜਦੋਂ ਵੀ ਹੋਣਾ ਹੈ, ਆਪ ਜੀ ਦੀ ਕਿਰਪਾ ਨਾਲ ਹੀ ਹੋਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਓ। ਸਗਰੇ ਚਾਹਤ ਰਾਵਰ ਸ਼ਰਨਾ। ਇਹ ਮਹਾਰਾਜ, ਸਾਰੇ ਆਪ ਜੀ ਦੀ ਸ਼ਰਨ ਤੱਕਦੇ ਹਾਂ, ਸਾਰੇ ਆਪ ਜੀ ਦਾ ਓਟ ਆਸਰਾ ਤੱਕਦੇ ਹਾਂ। ਸੁਨ ਸ਼੍ਰੀ ਤੇਗ ਬਹਾਦਰ ਕਹਿਓ। ਸੁਣ ਕੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਅਤਸ਼ੈ ਕਠਨ ਕਾਜ ਹਮ ਲਹਿਓ। ਮਹਾਰਾਜ ਕਹਿੰਦੇ, ਦੇਖ ਰਾਜਾ ਬਿਸ਼ਨ ਸਿਆਂ, ਇਹ ਕੰਮ ਕੋਈ ਸੌਖਾ ਨਹੀਂ ਹੈ, ਇਹ ਬੜਾ ਕਠਿਨ ਕਾਰਜ ਹੈ। ਅਸੀਂ ਦੇਖ ਰਹੇ ਹਾਂ, ਸਾਨੂੰ ਨਜ਼ਰ ਆ ਰਿਹਾ ਹੈ, ਇਹ ਮਸਲਾ ਕੋਈ ਸੌਖਾ ਜਿਹਾ ਸੁਲਝਣ ਵਾਲਾ ਨਹੀਂ ਹੈ। ਕਾਮਖਿਆ ਦੇਵੀ ਬਰਦਾਨੀ। ਕਿਉਂਕਿ ਇਹਨਾਂ ਕੋਲ ਜਾਦੂ ਟੂਣਾ, ਧਾਗਾ ਤਵੀਤ, ਭੂਤ ਪ੍ਰੇਤ, ਜਿੰਨ ਬਤਾਲ, ਇਹੋ ਜਿਹੀਆਂ ਸ਼ਕਤੀਆਂ ਹਨ। ਸਭ ਤੋਂ ਵੱਡੀ ਜਿਹੜੀ ਇਹਨਾਂ ਕੋਲ ਪਾਵਰ ਹੈ ਉਹ ਦੇਵੀ ਮਾਤਾ ਦੀ ਹੈ, ਚੰਡੀ ਦੀ ਹੈ। ਕਮੱਛਿਆ ਦੇਵੀ ਦਾ ਇਹ ਮੰਦਿਰ ਗੁਹਾਟੀ 'ਚ ਬਣਾ ਕੇ ਬੈਠੇ ਹਨ, ਉਹਦੀ ਇਹ ਘਰ ਘਰ 'ਚ ਪੂਜਾ ਕਰਦੇ ਹਨ। ਇਸ ਕੀ ਸੇਵਾ ਕੀਨ ਮਹਾਨੀ। ਇਸ ਦੇਵੀ ਕਾਮਖਿਆ ਦੇਵੀ ਦੀ ਸੇਵਾ ਰਾਜੇ ਨੇ ਬਹੁਤ ਕੀਤੀ ਹੈ, ਬਹੁਤ ਜਪ ਤਪ ਕੀਤਾ ਹੈ, ਚੰਡੀ ਦੀ ਪੂਜਾ ਕੀਤੀ ਹੈ। ਇਨਕੇ ਬੜੇ ਪ੍ਰਸੰਨ ਕਰੀ ਹੈ। ਇਹਨਾਂ ਦੇ ਵੱਡੇ ਜਿਹੜੇ ਹੋਏ ਨੇ, ਰਾਜੇ ਤੋਂ ਪਹਿਲੇ ਰਾਜੇ ਹੋਏ ਨੇ, ਬਜ਼ੁਰਗ, ਇਹਨਾਂ ਦੇ ਦਾਦੇ ਪੜਦਾਦੇ, ਕੋਈ ਸਦੀਆਂ ਤੋਂ ਜਿਹੜੇ ਲੋਕ ਚੱਲੇ ਆ ਰਹੇ ਨੇ, ਇਹ ਦੇਵੀ ਮਾਤਾ ਦੀ ਭਗਤੀ ਕਰਦੇ ਨੇ, ਚੰਡੀ ਦੀ ਉਪਾਸਨਾ ਕਰਦੇ ਨੇ, ਤੇ ਚੰਡੀ ਨੂੰ ਇਹਨਾਂ ਨੇ ਪ੍ਰਸੰਨ ਕੀਤਾ ਹੋਇਆ, ਪ੍ਰਗਟ ਕੀਤਾ ਹੋਇਆ। ਬਾਰ ਦੇਵਨ ਕੋ ਸ਼ਿਵਾ ਢਰੀ ਹੈ। ਔਰ ਇਹਨਾਂ ਦੀ ਭਗਤੀ ਤੋਂ ਦੇਵੀ ਮਾਤਾ ਪ੍ਰਸੰਨ ਹੋਈ ਹੈ, ਵਰ ਦੇਣ ਵਾਸਤੇ, ਇਹਨਾਂ ਨੂੰ ਬਖਸ਼ਿਸ਼ਾਂ ਕਰਨ ਵਾਸਤੇ ਇਹਨਾਂ ਤੇ ਢਲੀ ਹੈ। ਢਲੀ ਦਾ ਮਤਲਬ ਹੁੰਦਾ ਵੀ ਦਇਆਲੂ ਹੋਈ ਹੈ, ਕਿਰਪਾਲੂ ਹੋਈ ਹੈ। ਅਚਲ ਰਾਜ ਹਮਰੀ ਕੁਲ ਰਹਿ। ਇਹਨਾਂ ਦੇ ਵੱਡਿਆਂ ਨੇ ਰਾਜ ਮੰਗਿਆ ਦੇਵੀ ਮਾਤਾ ਕੋਲੋਂ ਕਿ ਇਹ ਮਾਤਾ ਜੀ, ਅਸੀਂ ਤੇਰੇ ਭਗਤ ਹਾਂ, ਕਿਰਪਾ ਕਰੀ ਸਾਡਾ ਰਾਜ ਬਣਿਆ ਰਵੇ, ਸਾਡੇ ਅਸਾਮ ਦੇ ਲੋਕ ਆਜ਼ਾਦ ਰਹਿਣ, ਸਾਡੇ ਉੱਤੇ ਕਿਸੇ ਦੂਸਰੇ ਦਾ, ਦੁਸ਼ਮਣ ਦਾ ਕਬਜ਼ਾ ਨਾ ਹੋਵੇ ਸਾਡੇ ਦੇਸ਼ ਉੱਤੇ। ਸ਼ਤਰ ਆਏ ਪਰਾਜੈ ਲਹੈ। ਦੇਵੀ ਮਾਤਾ ਤੋਂ ਵਰ ਮੰਗਿਆ ਹੈ ਵੀ ਜੇ ਕੋਈ ਸ਼ਤਰੂ, ਕੋਈ ਵੈਰੀ ਸਾਡੇ ਤੇ ਚੜ੍ਹ ਕੇ ਆਵੇ, ਉਹਦੀ ਹਾਰ ਹੋਣੀ ਚਾਹੀਦੀ ਹੈ, ਉਹ ਜਿੱਤ ਕੇ ਨਾ ਜਾਵੇ ਸਾਨੂੰ, ਯਾਨੀ ਅਸੀਂ ਕਿਸੇ ਕੋਲੋਂ ਹਾਰੀਏ ਨਾ। ਰਾਜ ਹਮਾਰੋ ਭ੍ਰਸ਼ਟ ਨਾ ਹੋਏ। ਇਹ ਵਰ ਮੰਗਿਆ ਵੀ ਸਾਡਾ ਰਾਜ ਨਾ ਖਤਮ ਹੋਵੇ, ਸਾਡਾ ਰਾਜ ਭ੍ਰਿਸ਼ਟ ਨਾ ਹੋਵੇ। ਇਹ ਬਰ ਲਿਓ ਦੇਸ਼ ਨਿਰਪਜੋਏ। ਇਹ ਕਾਮਰੂਪ ਦੇਸ਼ ਦੇ ਰਾਜੇ ਨੇ ਵਰ ਲਿਆ ਹੈ। ਤਿਸ ਬਰ ਕੋ ਕੂਰੋ ਕਿਮ ਕਰੈ। ਦੇਖ ਰਾਜਾ ਬਿਸ਼ਨ ਸਿੰਘ, ਜੋ ਪਰਮੇਸ਼ਰ ਦੀ ਸ਼ਕਤੀ ਨੇ ਵਰ ਦਿੱਤਾ ਹੈ, ਅਸੀਂ ਉਹਨੂੰ ਵੀ ਝੂਠਾ ਨਹੀਂ ਕਰ ਸਕਦੇ, ਕਿਉਂਕਿ ਆਦ ਭਵਾਨੀ ਈਸ਼ਰੀ ਮਾਇਆ ਜਾਂ ਕੋ ਨਾਮ,
ਇਸ ਬਿਨ ਸਰੇ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਸੋ ਜੋ ਅਕਾਲ ਪੁਰਖ ਦੀ ਸ਼ਕਤੀ ਵੱਲੋਂ ਕਿਸੇ ਨੂੰ ਵਰਦਾਨ ਮਿਲਿਆ ਹੈ, ਉਹਨੂੰ ਰੋਕਣਾ, ਉਹਦੇ 'ਚ ਵਿਘਨ ਪਾਉਣਾ ਅਕਾਲ ਪੁਰਖ ਦੇ ਭਾਣੇ ਵਿੱਚ ਵਿਘਨ ਪਾਉਣ ਵਾਲੀ ਗੱਲ ਹੈ। ਜਾਂ ਤੇ ਪਖ ਦੇਵੀ ਤਿਨ ਤਰੈ। ਦੇਵੀ ਉਹਨਾਂ ਦਾ ਪੱਖ ਕਰਦੀ ਹੈ, ਉਹਨਾਂ ਦੇ ਨਾਲ ਹੈ, ਦੇਵੀ ਦਾ ਵਰਦਾਨ ਹੈ ਉਹਨਾਂ ਨੂੰ। ਅਪਰ ਕੌਣ ਦੇਵੀ ਬਰ ਖੋਵੈ। ਐਸਾ ਕੌਣ ਹੈ ਜਿਹੜਾ ਦੇਵੀ ਦਾ ਵਰ ਟਾਲ ਦਵੇ। ਜਾਂ ਤੇ ਕਾਜ ਕਠਨ ਹੀ ਹੋਵੈ। ਇਸ ਕਰਕੇ ਰਾਜਾ ਬਿਸ਼ਨ ਸਿੰਘ ਜੀ, ਇਹ ਕਾਮਰੂਪ ਦੇਸ਼ ਨੂੰ ਜਿੱਤਣਾ ਸੌਖਾ ਕੰਮ ਨਹੀਂ ਹੈ, ਇਹ ਕਠਨ ਹੈ, ਇਹ ਔਖਾ ਹੈ, ਕਿਉਂਕਿ ਇਹਨਾਂ ਨੇ ਪਰਮੇਸ਼ਰ ਦੀ ਭਗਤੀ ਕੀਤੀ ਹੋਈ ਹੈ, ਭਗਤੀ ਕਰਕੇ ਸ਼ਕਤੀ ਪ੍ਰਗਟ ਕੀਤੀ ਹੋਈ ਹੈ। ਨਹ ਦੇਵੀ ਬਰ ਸਕਹਿ ਮਿਟਾਏ। ਦੇਵੀ ਦਾ ਵਰ ਮਿਟਾਣਾ ਔਖਾ ਹੈ, ਕਠਨ ਹੈ, ਕੋਈ ਮਿਟਾ ਨਹੀਂ ਸਕਦਾ। ਪ੍ਰਭ ਕੀ ਸ਼ਕਤ ਸਕਲ ਜਗ ਮਾਏ। ਕਿਉਂਕਿ ਸ਼ਕਤੀ ਦੇਵੀ ਪਰਮੇਸ਼ਰ ਦੀ ਸ਼ਕਤੀ ਨੂੰ ਹੀ ਕਹਿੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਧ ਸੰਗਤ ਜੀ, ਅੱਜ ਕੱਲ ਪਿਛਲੇ 100 ਸਾਲ ਤੋਂ ਸਾਡੇ ਅੰਦਰ ਇਹ ਪ੍ਰਚਾਰ ਹੈ ਵੀ ਦੇਵੀ ਹਿੰਦੂਆਂ ਦੀ ਹੈ, ਬਾਹਮਣਾਂ ਦੀ ਹੈ, ਤੇ ਉਹ ਜਿਹੜੀਆਂ 9 ਦੇਵੀਆਂ ਜਾਂ ਹੋਰ ਦੇਵੀਆਂ ਦੇ ਰੂਪ ਨੇ, ਉਹਨਾਂ ਨੂੰ ਅਸੀਂ ਆਪਣੇ ਧਿਆਨ ਵਿੱਚ ਲਿਆਉਂਦੇ ਹਾਂ। ਅਸਲ ਗੱਲ ਕੀ ਹੈ? ਅਸਲ ਇਹ ਹੈ ਵੀ ਕੋਈ ਵੀ ਤਾਕਤਵਰ ਤਾਕਤ ਤੋਂ ਬਿਨਾਂ ਤਾਕਤਵਰ ਨਹੀਂ ਹੁੰਦਾ, ਕੋਈ ਬਲਵਾਨ ਬਲ ਤੋਂ ਬਿਨਾਂ ਬਲਵਾਨ ਨਹੀਂ ਹੁੰਦਾ। ਅਕਾਲ ਪੁਰਖ ਦੀ ਸ਼ਕਤੀ ਨੂੰ ਹੀ ਦੇਵੀ ਕਹਿੰਦੇ, ਉਹਨੂੰ ਹੀ ਚੰਡੀ ਕਹਿੰਦੇ, ਉਹਨੂੰ ਹੀ ਕਾਲਕਾ, ਭਵਾਨੀ, ਦੁਰਗਾ। ਮਹਾਰਾਜ ਨੇ ਉਸ ਅਕਾਲ ਪੁਰਖ ਨੂੰ ਹੀ ਕਿਹਾ ਹੈ, ਜਾ ਕੀ ਕਲਾ ਵਰਤੈ ਨਭ ਮੈਂ ਅਰ ਜਾ ਕੀ ਕਲਾ ਸਭ ਰੂਪਨ ਮੈਂ। ਜਿਹਦੀ ਕਲਾ ਸਾਰੇ ਰੂਪਾਂ ਵਿੱਚ ਵਰਤ ਰਹੀ ਹੈ, ਉਹ ਕਮਛਿਆ ਵੀ ਹੈ, ਉਹ ਦੁਰਗਾ ਵੀ ਹੈ, ਉਹ ਚੰਡੀ ਵੀ ਹੈ, ਉਹ ਕਾਲੀ ਵੀ ਹੈ, ਉਹ ਭਵਾਨੀ ਵੀ ਹੈ, ਉਹ ਭਗਉਤੀ ਵੀ ਹੈ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ 10 ਪਾਤਸ਼ਾਹੀਆਂ ਉਸ ਅਕਾਲ ਪੁਰਖ ਦੀ ਸ਼ਕਤੀ ਦਾ ਹੀ ਪ੍ਰਚਾਰ ਸੰਸਾਰ ਵਿੱਚ ਕੀਤਾ ਵੀ ਭਾਈ ਉਹਦੇ ਨਾਲ ਜੁੜੋ। ਕਿਸੇ ਨੂੰ ਇਹ ਨਹੀਂ ਕਿਹਾ ਵੀ ਕਿਸੇ ਮੂਰਤੀ ਦੀ ਪੂਜਾ ਕਰੋ, ਕਿਸੇ ਦੇਵੀ ਦੇਵਤਾ ਦੇ ਮੰਦਰਾਂ ਵਿੱਚ ਜਾ ਕੇ ਟੱਕਰਾਂ ਮਾਰੋ, ਐਸਾ ਨਹੀਂ ਕਿਹਾ। ਬਲਕਿ ਸਤਿਗੁਰੂ ਜੀ ਨੇ ਸਿੱਧਾ ਰਾਹ ਦੱਸ ਦਿੱਤਾ ਵੀ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਰਵ ਸ਼ਕਤੀਮਾਨ, ਸਾਰੀਆਂ ਪਾਵਰਾਂ ਦਾ ਮਾਲਕ ਹੈ। ਸਾਰੀਆਂ ਦੇਵੀਆਂ ਦੇਵਤੇ ਉਹਨੂੰ ਧਿਆਉਂਦੇ ਨੇ। ਸਤਿਗੁਰੂ ਨਾਨਕ ਦੇਵ ਦੇਵ ਦੇਵੀ ਸਭ ਧਿਆਵੈ। ਸੋ ਐਸੇ ਪਰਮੇਸ਼ਰ ਦੀ ਸ਼ਕਤੀ ਨੂੰ, ਜੋ ਅਕਾਲ ਪੁਰਖ ਦੀ ਸ਼ਕਤੀ ਆ, ਉਹਨੂੰ ਪਰਮੇਸ਼ਰ ਤੋਂ ਭਿੰਨ ਕਰਕੇ ਨਹੀਂ ਜਾਣਿਆ ਜਾਂਦਾ। ਇਹ ਗੱਲ ਸਾਧਨਾ ਨਾਲ ਸਮਝ ਆਉਂਦੀ ਹੈ, ਕਥਾ ਵਿਆਖਿਆ 'ਚ ਨਹੀਂ ਦੱਸੀ ਜਾ ਸਕਦੀ, ਨਾ ਹੀ ਇਹ ਆਮ ਲੋਕਾਂ ਦੇ ਸਮਝ ਵਿੱਚ ਆਉਣ ਵਾਲੀ ਗੱਲ ਹੈ। ਸੋ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਸ਼ਕਤੀ ਦਾ ਵਾਰਾ ਇਹਨਾਂ ਨੂੰ, ਇਸ ਨੂੰ ਅਸੀਂ ਚਾਹੁੰਦੇ ਨਹੀਂ ਵੀ ਮੇਟ ਦਈਏ। ਤਉ ਸੁਨਹੁ ਤੁਮ ਕਹੇ ਉਹ ਹਮਾਰੋ। ਪਰ ਫਿਰ ਵੀ ਭਾਵੇਂ ਅਸੀਂ ਅਕਾਲ ਪੁਰਖ ਦੀ ਸ਼ਕਤੀ ਨੂੰ, ਉਹਦੇ ਬਚਨ ਨੂੰ, ਉਹਦੇ ਵਰ ਨੂੰ ਮੇਟਣਾ ਨਹੀਂ ਚਾਹੁੰਦੇ, ਪਰ ਫਿਰ ਵੀ ਤੂੰ ਸਾਡੀ ਸ਼ਰਨ ਆ ਗਿਆ ਹੈ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਵੱਡੇ ਪਰਮੇਸ਼ਰ ਬ੍ਰਹਮ ਰੂਪ ਹਨ। ਸ਼੍ਰੀ ਨਾਨਕ ਕੋ ਨਾਮ ਚਿਤਾਰੋ। ਹੁਣ ਗੁਰੂ ਨਾਨਕ ਦਾ ਆਸਰਾ ਤੱਕੋ, ਕਿਉਂਕਿ ਸਾਰੇ ਦੇਵੀ ਦੇਵਤੇ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਨ। ਸਤਨਾਮ ਕੋ ਸਿਮਰਨ ਕਰੀਐ। ਸਤਨਾਮ ਸ੍ਰੀ ਵਾਹਿਗੁਰੂ 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 ਦਾ ਸਿਮਰਨ ਕਰੀਏ। ਹਿਰਦੇ ਸੰਦੇਹਨ ਕੋ ਪਰ ਹਰੀਐ। ਔਰ ਆਪਣੇ ਮਨ ਵਿੱਚ ਰਾਜਾ ਜੀ ਕੋਈ ਸ਼ੰਕਾ ਨਾ ਰੱਖੋ, ਮਨ ਦੇ ਸੰਸ਼ੇ ਉਤਾਰ ਕੇ ਨਾਮ ਜਪੋ। ਨਿਸ਼ਚੈ ਹੋਏ ਹੈ ਵਿਜੈ ਤੁਮਾਰੀ। ਤਾਂ ਇਹ ਰਾਜਾ ਤੇਰੀ ਵਿਜੇ ਹੋ ਜਾਏਗੀ, ਨਿਸ਼ਚੈ ਕਰਕੇ ਤੇਰੀ ਫਤਿਹ ਹੋਵੇਗੀ। ਨਹਿ ਬੀਤ ਹੈ ਚਿਰਕਾਲ ਅਗਾਰੀ। ਔਰ ਬਹੁਤਾ ਸਮਾਂ ਵੀ ਅੱਗੇ ਨਹੀਂ ਲੱਗਣ ਦੇਾਂਗੇ, ਛੇਤੀ ਹੀ ਇਹ ਜੰਗ ਦਾ ਫੈਸਲਾ ਕਰ ਦੇਾਂਗੇ। ਕਿਤਕ ਦਿਨਨ ਮਹਿ ਆਪਣੇ ਦੇਸ਼। ਔਰ ਥੋੜੇ ਦਿਨਾਂ ਨੂੰ ਤੁਹਾਨੂੰ ਸੁਖੀ ਸਾਂਦੀ ਬੜੇ ਆਰਾਮ ਨਾਲ ਆਪਣੇ ਦੇਸ਼ ਲੈ ਚੱਲਾਂਗੇ ਵਾਪਸ। ਗਮਨਹਿ ਤਿਆਗਿਓ ਹੋ ਸਕਲ ਕਲੇਸ਼। ਸਾਰੇ ਕਲੇਸ਼, ਸਾਰੀਆਂ ਲੜਾਈਆਂ, ਸਾਰੇ ਝਗੜੇ ਨਿਬੇੜ ਕੇ ਫਿਰ ਆਪਣੇ ਦੇਸ਼ ਨੂੰ ਚੱਲਾਂਗੇ। ਇਮ ਸੁਨ ਭੂਪਤ ਪਾਏ ਆਨੰਦ। ਜਦੋਂ ਰਾਜੇ ਬਿਸ਼ਨ ਸਿੰਘ ਨੂੰ ਇਹ ਬਚਨ ਦੱਸ ਦਿੱਤੇ,
ਦੋਵੇਂ ਪੱਖ ਸਮਝਾ ਦਿੱਤੇ ਵੀ ਪਰਲੇ ਪਾਸੇ ਸ਼ਕਤੀ ਦਾ ਵਰਦਾਨ ਹੈ, ਇੱਧਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਿਹਰਬਾਨਗੀ ਹੈ ਤੇ ਅਸੀਂ ਤੇਰੇ ਨਾਲ ਆ, ਤੈਨੂੰ ਜਿੱਤ ਵੀ ਦਿਵਾਵਾਂਗੇ ਪਰ ਤੂੰ ਕਾਹਲਾ ਨਾ ਪੈ, ਕਰਤਾਰ ਦੇ ਰੰਗ ਵੇਖ। ਕੀਨ ਬੰਦ ਨਾਦਵਾ ਕਰ ਬੰਦ। ਰਾਜੇ ਨੇ ਮਹਾਰਾਜ ਦੇ ਚਰਨਾਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ ਧਰ ਨਿਸ਼ਚੈ ਗਮਨਿਓ ਨਿਜ ਡੇਰੇ। ਔਰ ਮਹਾਰਾਜ ਦੇ ਬਚਨਾਂ ਤੇ ਭਰੋਸਾ ਕਰਕੇ ਰਾਜਾ ਬਿਸ਼ਨ ਸਿੰਘ ਆਪਣੇ ਡੇਰੇ ਚਲਾ ਗਿਆ। ਜਾਨਹਿ ਕਰਹਿ ਕਾਜ ਗੁਰ ਮੇਰੇ। ਇਹ ਮਨ ਵਿੱਚ ਜਾਣਿਆ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮੇਰੇ ਕੰਮ ਸਵਾਰ ਦੇਣਗੇ। ਨਾਹੀਂ ਤਾਂ ਦੁਰਲਭ ਹੁਤੀ ਵਿਸਾਲ। ਕਹਿੰਦਾ ਜੇ ਗੁਰੂ ਸਾਹਿਬ ਮੇਰੇ ਨਾਲ ਨਾ ਹੁੰਦੇ ਤਾਂ ਮੈਨੂੰ ਇੱਥੇ ਬਹੁਤ ਵੱਡਾ ਘਾਟਾ ਪੈਣਾ ਸੀ, ਮੇਰੀ ਜਾਨ ਵੀ ਜਾ ਸਕਦੀ ਸੀ ਤੇ ਜਿੱਤ ਮੇਰੇ ਵਾਸਤੇ ਬੜੀ ਦੁਰਲਭ ਸੀ, ਭਾਵ ਫਤਿਹ ਮੈਨੂੰ ਹਾਸਲ ਨਹੀਂ ਸੀ ਹੋ ਸਕਣੀ। ਕਿਸ ਨੇ ਬਿਜਾ ਲਈ ਕਿਸ ਕਾਲ। ਇਹ ਕਾਮਰੂ ਦੇਸ਼ ਨੂੰ ਕੌਣ ਜਿੱਤ ਸਕਿਆ? ਅੱਜ ਤਾਈਂ ਵੱਡੇ ਵੱਡੇ ਰਾਜੇ ਮਾਨ ਸਿੰਘ ਵਰਗੇ ਵੀ ਇੱਥੇ ਮਾਰੇ ਗਏ ਹਨ। ਇਮ ਚਿਤਵਤ ਜਬ ਜਾਮਨ ਹੋਈ। ਇਸ ਤਰ੍ਹਾਂ ਸੋਚਦਿਆਂ ਜਦੋਂ ਰਾਤ ਹੋ ਗਈ, ਨਿਜ ਨਿਜ ਥਾਨ ਥਿਰੇ ਸਭ ਕੋਈ। ਸਭ ਆਪੋ ਆਪਣੀ ਥਾਂ ਤੇ ਟਿਕ ਗਏ ਹਨ, ਸਭ ਸੌਂ ਗਏ ਹਨ। ਗਇਓ ਕਾਮਰੂ ਪਤ ਰਣਵਾਸ। ਉਧਰ ਸਾਧ ਸੰਗਤ ਜੀ, ਕਾਮਰੂ ਦੇਸ਼ ਦਾ ਰਾਜਾ ਵੀ ਜਿਹੜਾ ਸੀ, ਉਹ ਵੀ ਆਪਣੀ ਇਹ ਰਣਵਾਸ, ਜਿੱਥੇ ਰਾਣੀਆਂ ਰਹਿੰਦੀਆਂ ਨੇ, ਰਾਜੇ ਦਾ ਮਹਿਲ ਹੈ, ਉਹਦਾ ਅੰਤःਪੁਰ ਹੈ, ਆਪਣੇ ਮਹਿਲਾਂ ਦੇ ਅੰਦਰ ਚਲਾ ਗਿਆ। ਅਨੇਕ ਇਸਤਰੀਆਂ ਜਹਾਂ ਬਿਲਾਸ। ਜਿੱਥੇ ਕਾਮਰੂ ਦੇਸ਼ ਦੇ ਰਾਜੇ ਦੀਆਂ ਬੜੀਆਂ ਬੜੀਆਂ ਸੁੰਦਰ ਇਸਤਰੀਆਂ, ਰਾਣੀਆਂ ਉਹਦੀ ਸੇਵਾ ਕਰਦੀਆਂ ਹਨ। ਰੁਚਿਰ ਪ੍ਰਿਯੰਕ ਸੈਨ ਕੋ ਕੀਨ। ਬੜੇ ਸੋਹਣੇ ਪਲੰਗ ਦੇ ਉੱਤੇ ਰਾਜਾ ਸੁਤਾ ਹੈ ਸੇਵਹਿ ਰਾਨੀ ਬੈਸਨਵੀਨ। ਔਰ ਬੜੇ ਸੁੰਦਰ ਰੂਪ ਵਾਲੀਆਂ, ਨਵੀਂ ਉਮਰ ਵਾਲੀਆਂ ਰਾਣੀਆਂ ਰਾਜੇ ਦੀ ਸੇਵਾ ਕਰਦੀਆਂ ਹਨ। ਪੀਤੰਬਰ ਅਰ ਸਿਰ ਦਸਤਾਰ। ਪੀਲੇ ਰੰਗ ਦੇ ਕੱਪੜੇ ਔਰ ਸਿਰ ਦੀ ਦਸਤਾਰ। ਮਹਿ ਪਾਲਕ ਨੇ ਰਖੀ ਉਤਾਰ। ਰਾਜੇ ਨੇ ਆਪਣੇ ਸਿਰ ਤੋਂ ਦਸਤਾਰ, ਆਪਣੀ ਪੱਗ ਲਾਈ ਹੈ ਤੇ ਆਪਣੇ ਪੀਲੇ ਰੰਗ ਦੇ ਕੱਪੜੇ ਲਾ ਕੇ ਉਤਾਰ ਕੇ ਰੱਖੇ ਹਨ। ਖੰਜਰ ਇੱਕ ਨ੍ਰਿਪ ਪਾਸ ਰਖੰਤਾ। ਇੱਕ ਖੰਜਰ ਕਮਰ ਕਸੇ 'ਚ ਰਾਜਾ ਹਰ ਵੇਲੇ ਰੱਖਦਾ ਸੀ। ਵਸਤਰਨ ਬਿਖੈ ਰਖਿਓ ਦੁਤਵੰਤਾ। ਉਹ ਖੰਜਰ ਵੀ ਉਹਨੇ ਆਪਣੇ ਕਮਰ ਕਸੇ ਵਿੱਚੋਂ ਕੱਢ ਕੇ ਉਹਨਾਂ ਆਪਣੇ ਵਸਤਰਾਂ ਦੇ ਨਾਲ ਰੱਖ ਦਿੱਤਾ ਹੈ। ਰਤਨ ਜਰਾਉ ਮੁਸ਼ਟ ਗਹਿਨ ਕੀ। ਕਹਿੰਦੇ ਉਸ ਖੰਜਰ ਦਾ ਜਿਹੜਾ ਮੁੱਠਾ ਹੈ ਉਹ ਹਾਥੀ ਦੰਦ ਦਾ ਜਾਂ ਵਿੱਚ ਨਗ ਜੜੇ ਹੋਏ ਸੋਨੇ ਦਾ ਕੰਮ ਕੀਤਾ ਹੋਇਆ, ਜਿੰਨਾ ਵੀ ਕਹਿ ਲਓ ਕੀਮਤੀ ਤੋਂ ਕੀਮਤੀ ਖੰਜਰ ਹੈ। ਅਪਰ ਵਿਭੂਖਨ ਸ਼ੋਭਾ ਤਨ ਕੀ। ਤੇ ਉਹ ਰਾਜੇ ਦੇ ਗਹਿਣੇ ਵੀ ਬੜੇ ਕੀਮਤੀ ਹਨ। ਸਿਰ ਦੇ ਉੱਤੇ ਲਾਉਣ ਵਾਲੀ ਕਲਗੀ ਹੈ, ਗਲ ਵਿੱਚ ਪਾਉਣ ਵਾਲੀ ਮੋਤੀਆਂ ਹੀਰਿਆਂ ਦੀਆਂ ਮਾਲਾ ਹਨ, ਸੋਨੇ ਦੇ ਕੜੇ ਹਨ, ਬੜੇ ਬੜੇ ਸੁੰਦਰ ਕੀਮਤੀ ਬਸਤਰ ਤੇ ਗਹਿਣੇ ਰਾਜਾ ਪਹਿਨਦਾ ਹੈ। ਸੁੰਦਰ ਚੌਂਕੀ ਪਰ ਢਿਕ ਤਰੇ। ਆਪਣੇ ਮਹਿਲਾਂ ਵਿੱਚ ਰਾਜੇ ਨੇ ਆਪਣੀ ਦਸਤਾਰ, ਆਪਣੇ ਬਸਤਰ, ਆਪਣੇ ਸ਼ਸਤਰ ਇੱਕ ਚੌਂਕੀ ਤੇ ਰੱਖ ਦਿੱਤੇ ਹਨ। ਸਹਜਾ ਪਰ ਭੂਪਤ ਚੜ ਫਿਰੇ। ਕੱਪੜੇ, ਬਸਤਰ, ਸ਼ਸਤਰ ਉਤਾਰ ਕੇ ਰਾਜਾ ਆਪਣੀ ਸੇਜਾ ਦੇ ਉੱਤੇ ਬੈਠਾ ਹੈ। ਕਰ ਦੇਵੀ ਕਾਮਖਿਆ ਨਮੋ। ਤੇ ਦੇਵੀ ਮਾਤਾ ਨੂੰ, ਕਮਛਿਆ ਨੂੰ ਨਮਸਕਾਰ ਕੀਤੀ ਹੈ। ਭਇਓ ਨੀਂਦ ਬਸ ਪਰ ਤਿਹ ਸਮੋ। ਔਰ ਫਿਰ ਰਾਜਾ ਸੌਂ ਗਿਆ ਹੈ। ਜਿਵੇਂ ਜਿਵੇਂ ਕੋਈ ਆਪਣੇ ਆਪਣੇ ਇਸ਼ਟ ਨੂੰ ਮੰਨਦਾ ਹੈ, ਸੌਣ ਤੋਂ ਪਹਿਲਾਂ ਉਹਨੂੰ ਯਾਦ ਕਰਦੇ। ਗੁਰੂ ਖਾਲਸੇ ਨੂੰ ਵੀ ਮਹਾਰਾਜ ਨੇ ਕੀਰਤਨ ਸੋਹਿਲੇ ਦੀ ਬਾਣੀ ਦਿੱਤੀ ਹੈ। ਸੌਣ ਲੱਗਿਆਂ ਹਰ ਇੱਕ ਸਿੱਖ ਕੀਰਤਨ ਸੋਹਿਲੇ ਦਾ ਪਾਠ ਕਰਕੇ ਸੌਵੇਂ। ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਦਸਾਂ ਪਾਤਸ਼ਾਹੀਆਂ ਨੂੰ ਯਾਦ ਕਰਕੇ ਸੌਵੇਂ। ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਹੀਦਾਂ ਸਿੰਘਾਂ ਨੂੰ ਯਾਦ ਕਰਕੇ ਸੌਵੇਂ ਤਾਂ ਉਹਦੇ ਆਲੇ ਦੁਆਲੇ ਸ਼ਹੀਦੀ ਪਹਿਰਾ ਲੱਗ ਜਾਂਦਾ ਹੈ। ਉਹਦੀ ਰਾਖੀ ਹੁੰਦੀ ਹੈ, ਉਹਦੇ ਨੇੜੇ ਕੋਈ ਵਿਘਨ, ਕੋਈ ਸੰਤਾਪ ਨਹੀਂ ਆਉਂਦਾ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। RAM ਨਾਮ ਔਖ ਦੀਆ
ਏਕਾ ਲਿਵ ਲਾਈ। ਸੋ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖਾਂ ਦੀ ਰਾਖੀ ਲਈ ਜੋ ਸਾਨੂੰ ਜੁਗਤੀ ਦੱਸੀ ਹੈ, ਸੌਣ ਤੋਂ ਪਹਿਲਾਂ ਕੀਰਤਨ ਸੋਹਿਲੇ ਦਾ ਪਾਠ ਕਰੋ, ਤੁਹਾਡੀ ਰਾਖੀ ਹੁੰਦੀ ਹੈ, ਰੱਖਿਆ ਹੁੰਦੀ ਹੈ। ਰੱਖਿਆ ਦੇ ਸ਼ਬਦ ਪੜ੍ਹੋ, ਰੱਖਿਆ ਹੁੰਦੀ ਹੈ। ਇੱਦਾਂ ਉਸ ਰਾਜੇ ਨੇ ਵੀ ਆਪਣਾ ਜੋ ਕੋਈ ਮੰਤਰ ਸੀ, ਜੋ ਵੀ ਉਹਨੂੰ ਉਹਦੇ ਗੁਰੂਆਂ ਨੇ, ਪੁਰੋਹਿਤਾਂ ਨੇ, ਪੰਡਤਾਂ ਨੇ ਸਿਖਾਇਆ ਹੋਇਆ ਸੀ, ਉਸਨੇ ਪੜ੍ਹਿਆ, ਦੇਵੀ ਮਾਤਾ ਨੂੰ ਯਾਦ ਕੀਤਾ ਤੇ ਫਿਰ ਸੌਂ ਗਿਆ। ਨਿਸਮਹ ਸ਼ਸਤਰ ਬਸਤਰ ਨਿਰਪਕੇਰੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਧਰ ਗੁਰੂ ਦੀ ਕਲਾ ਬੜੀ ਵੱਡੀ ਹੈ। ਮਹਾਰਾਜ ਨੇ ਆਪਣੀ ਸ਼ਕਤੀ ਦੇ ਨਾਲ ਕੀ ਕੌਤਕ ਵਰਤਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੁੱਤੇ ਹੋਏ ਰਾਜੇ ਦਾ ਕਟਾ ਖੰਜਰ, ਉਹਦੇ ਬਸਤਰ, ਉਹਦੇ ਸ਼ਸਤਰ, ਸਰਬ ਅਨਾਏ ਗੁਰੂ ਗੁਰ ਤਿਸ ਬੇਰੇ। ਮਹਾਰਾਜ ਨੇ ਆਪਣੀ ਸ਼ਕਤੀ ਨਾਲ ਖਿੱਚ ਲਏ ਸਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਬੈਠੇ ਸਨ ਨਾ, ਬ੍ਰਹਮਪੁੱਤਰ ਦਰਿਆ ਦੇ ਉਰਲੇ ਪਾਸੇ, ਮਹਾਰਾਜ ਨੇ ਉਹਦੇ ਬਸਤਰ, ਉਹਦੇ ਸ਼ਸਤਰ ਸਾਰੇ ਆਪਣੇ ਕੋਲ ਮੰਗਾ ਲਏ। ਦੇਵੀ ਦੇਵ ਨਾ ਕਿਨਹੋ ਹਟਾਏ। ਕੋਈ ਦੇਵੀ ਕੋਈ ਦੇਵਤਾ ਰੋਕ ਨਹੀਂ ਸਕਿਆ। ਆਖੋ ਸਤਨਾਮ ਸ੍ਰੀ ਸ੍ਰੀ। ਵਾਹਿਗੁਰੂ। ਜਦੋਂ ਗੁਰੂ ਨਾਨਕ ਦਾ ਮੰਤਰ ਚੱਲਦਾ ਨਾ, ਫਿਰ ਕੋਈ ਮੰਤਰ ਅੱਗੇ ਅੜਦਾ ਨਹੀਂ, ਕੋਈ ਦੇਵੀ ਦੇਵਤਾ ਵੀ ਨਹੀਂ ਰੋਕ ਸਕਦਾ, ਕਿਉਂਕਿ ਸਤਿਗੁਰੂ ਨਾਨਕ ਦੇਵ, ਗੁਰੂ ਨਾਨਕ ਦੇਵ ਜੀ ਦੇਵ ਦੇਵੀ ਸਭ ਧਿਆਵੈ। ਸਾਰੇ ਦੇਵਤੇ ਦੇਵੀਆਂ ਉਹਨੂੰ ਧਿਆਉਂਦੇ ਨੇ। ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਕਿਸੇ ਦੇਵੀ ਨੇ, ਕਿਸੇ ਦੇਵਤੇ ਨੇ ਗੁਰੂ ਸਾਹਿਬ ਦੇ ਮੰਤਰ ਦਾ ਰਾਹ ਨਹੀਂ ਰੋਕਣਾ। ਇਹ ਗੱਲ ਗੁਰੂ ਕੇ ਖਾਲਸੇ ਨੂੰ ਦ੍ਰਿੜ ਹੋਣੀ ਚਾਹੀਦੀ ਹੈ। ਇਸ ਕਰਕੇ ਵਾਹਿਗੁਰੂ 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 ਜਪੋ। ਇਹ ਦੋਵਾਂ ਜਹਾਨਾਂ ਵਿੱਚ ਸਾਨੂੰ ਸੁਖੀ ਕਰਦਾ ਹੈ। ਸਤਿਗੁਰੂ ਜੀ ਦਾ ਮੰਤਰ ਐਸਾ ਚੱਲਿਆ, ਐਸੀ ਕਲਾ ਵਰਤੀ, ਰਾਜਾ ਸੁੱਤਾ ਰਹਿ ਗਿਆ, ਉਹਦੇ ਬਸਤਰ ਸ਼ਸਤਰ ਉੱਥੋਂ ਗੁੰਮ ਹੋ ਗਏ ਤੇ ਗੁਰੂ ਸਾਹਿਬ ਕੋਲ ਪਹੁੰਚ ਗਏ। ਸਗਰੇ ਸਤਿਗੁਰ ਕੇ ਟਿਗ ਆਏ। ਸਾਰੀਆਂ ਵਸਤੂਆਂ ਰਾਜੇ ਦੇ ਪਹਿਨਣ ਵਾਲੀਆਂ, ਰਾਜੇ ਦੀ ਦਸਤਾਰ, ਰਾਜੇ ਦਾ ਪੀਲਾ ਚੋਲਾ, ਰਾਜੇ ਦੇ ਗਲ ਵਿੱਚ ਪਾਉਣ ਵਾਲੇ ਗਹਿਣੇ, ਰਾਜੇ ਦੇ ਗਾਤਰੇ ਦੀ ਖੰਜਰ, ਉਹ ਸਾਰੇ ਸ਼ਸਤਰ ਗੁਰੂ ਸਾਹਿਬ ਕੋਲ ਆ ਗਏ। ਬਸਤਰ ਵੀ ਗੁਰੂ ਸਾਹਿਬ ਕੋਲ ਆ ਗਏ। ਭਈ ਪ੍ਰਾਤ ਨ੍ਰਿਪ ਖੁਲੇ ਬਿਲੋਚਨ। ਜਦੋਂ ਸਵੇਰ ਹੋਈ, ਰਾਜਾ ਉੱਠਿਆ, ਜਾਗਿਆ ਹੈ। ਨਹਿ ਦੇਖੇ ਚਿਤ ਸੋਚਤ ਸੋਚਨ। ਜਦੋਂ ਰਾਜਾ ਉੱਠਿਆ, ਉਹਨੇ ਵੇਖਿਆ ਮੇਰੀ ਦਸਤਾਰ ਕਿੱਥੇ ਹੈ, ਮੇਰੇ ਬਸਤਰ, ਮੇਰੇ ਸ਼ਸਤਰ ਕਿੱਥੇ ਹਨ। ਨਹਿ ਪਾਵਤ ਬਿਸਮਾਵਤ ਮਹਾ। ਨਾ ਉਹਦੀ ਦਸਤਾਰ ਲੱਭੀ, ਨਾ ਬਸਤਰ ਲੱਭੇ, ਨਾ ਉਹਦਾ ਖੰਜਰ ਲੱਭਿਆ। ਰਾਜਾ ਬੜਾ ਹੈਰਾਨ ਪਰੇਸ਼ਾਨ ਹੋਇਆ ਵੀ ਇਹ ਕੌਣ ਮੇਰੇ ਮਹਿਲਾਂ 'ਚ ਕੋਈ ਚੋਰੀ ਕਰਕੇ ਲਿਜਾ ਸਕਦਾ? ਕੌਣ ਕਰ ਸਕਦਾ ਇੱਦਾਂ? ਇੰਨੇ ਸਖਤ ਪਹਿਰੇ ਲੱਗੇ ਹੋਏ ਹਨ। ਹੇ ਦੇਵੀ ਇਹ ਕੌਤਕ ਕਹਾਂ। ਫਿਰ ਜਦੋਂ ਸਾਰੇ ਪਾਸਿਓਂ ਰਾਜੇ ਨੂੰ ਕੋਈ ਵੀ ਪਤਾ ਨਾ ਲੱਗਾ, ਉਹ ਦੇਵੀ ਦੇ ਭਵਨ ਚਲਾ ਗਿਆ। ਦੇਵੀ ਮਾਤਾ ਦੇ ਮੰਦਰ ਜਾ ਕੇ ਗਲ ਪੱਲਾ ਪਾ ਕੇ ਅਰਦਾਸ ਕਰਦਾ, ਹੇ ਦੇਵੀ ਮਾਤਾ, ਮੇਰੀਆਂ ਚੀਜ਼ਾਂ ਕਿਹਨੇ ਚੁੱਕੀਆਂ? ਮੇਰਾ ਦਸਤਾਰਾ, ਮੇਰਾ ਖੰਜਰ, ਮੇਰੇ ਬਸਤਰ, ਮੇਰੇ ਗਹਿਣੇ ਮੇਰੇ ਕੋਲ ਪਏ ਚੌਂਕੀ ਤੋਂ ਕਿੱਥੇ ਚਲੇ ਗਏ ਹਨ? ਅਤ ਚਿੰਤਾਤੁਰ ਨਰਪਤ ਹੋਵਾ। ਆਸਾਮ ਦਾ ਰਾਜਾ, ਕਾਮਰੂ ਦੇਸ਼ ਦਾ ਰਾਜਾ ਬੜਾ ਚਿੰਤਤ ਹੋਇਆ ਹੈ। ਐਸੋ ਬਿਗਨ ਨ ਕਬਹੂ ਜੋਵਾ। ਕਹਿੰਦਾ ਏਦਾਂ ਦਾ ਵਿਘਨ ਜ਼ਿੰਦਗੀ 'ਚ ਮੈਂ ਕਦੀ ਨਹੀਂ ਵੇਖਿਆ ਪਹਿਲਾਂ। ਨਿਤ ਦੇਵੀ ਮੇਰੀ ਰਖਵਾਰੀ। ਕਿਉਂਕਿ ਮੇਰੀ ਰਾਖੀ ਤਾਂ ਖੁਦ ਦੇਵੀ ਮਾਤਾ ਕਰਦੀ ਹੈ। ਦੇਵੀ ਮਾਤਾ ਮੇਰਾ ਸਰੀਰ ਦਾ, ਮੇਰੇ ਰਾਜ ਦਾ, ਮੇਰੇ ਪਰਿਵਾਰ ਦਾ ਭਲਾ ਕਰਦੀ ਹੈ। ਆਨ ਸਕਹਿ ਕੋ ਬਿਗਨ ਪਸਾਰੀ। ਐਸੀ ਕੋਈ ਤਾਕਤ ਨਹੀਂ ਕਿ ਮੇਰੇ ਮਹਿਲਾਂ 'ਚ ਵੜ ਜਾਵੇ। ਕੋਈ ਵਿਘਨ ਪਾਉਣ ਵਾਲਾ, ਕੋਈ ਜੰਤਰ ਮੰਤਰ ਕਰਨ ਵਾਲਾ, ਕੋਈ ਦੁਸ਼ਮਣ ਕਿਸੇ ਤਰੀਕੇ ਨਾਲ ਵੀ ਮੇਰੇ ਨੇੜੇ ਆ ਨਹੀਂ ਸਕਦਾ। ਮੇਰੇ ਆਲੇ ਦੁਆਲੇ ਰਾਮ ਕਵਚ, ਬ੍ਰਹਮ ਕਵਚ ਹੈ, ਭਾਵ ਕੋਈ ਵੀ ਉਸ ਕਵਚ ਨੂੰ ਭੇਦ ਕੇ ਨਹੀਂ ਵੜ ਸਕਦਾ। ਕਹਿ ਦੇਵੀ ਕੋ ਬਰ ਮਿਟ ਗਇਓ। ਸੋਚਾਂ 'ਚ ਪੈ ਗਿਆ ਰਾਜਾ। ਕਹਿੰਦਾ ਜਾਂ ਤਾਂ ਫਿਰ ਜਿਹੜੇ ਦੇਵੀ ਮਾਤਾ ਨੇ ਮੇਰੇ ਵੱਡਿਆਂ ਵਡੇਰਿਆਂ ਨੂੰ ਵਰ ਦਿੱਤਾ ਸੀ ਉਹ ਮਿਟ ਗਿਆ,
ਸ਼ਕਤੀ ਖਤਮ ਹੋ ਗਈ ਆ ਸਾਡੇ ਵਿੱਚ। ਅਸ ਕੌਤਕ ਮੇਰੇ ਟਿਕ ਪਇਓ। ਐਸਾ ਕੌਤਕ ਮੇਰੇ ਕੋਲ ਹੋਇਆ, ਇੱਕ ਜ਼ਰੂਰ ਕੋਈ ਗੜਬੜ ਹੋਈ ਹੈ। ਦੇਵੀ ਮਾਤਾ ਲੱਗਦਾ ਹੁਣ ਸਾਡਾ ਸਾਥ ਦੇਣੋਂ ਹਟ ਗਈ ਹੈ। ਬਹੁ ਜੋਧਾ ਚਹੁੰਦਿਸ਼ ਸਵਦਾਨ। ਕਿਉਂਕਿ ਮੇਰੇ ਮਹਿਲ ਦੇ ਆਲੇ ਦੁਆਲੇ ਇੰਨਾ ਸਖਤ ਪਹਿਰਾ ਹੈ, ਕੋਈ ਚੋਰ ਤਾਂ ਆ ਹੀ ਨਹੀਂ ਸਕਦਾ। ਕਿਸ ਬਿਦ ਕੋਏ ਨਾ ਪਹੁੰਚੈ ਆਨ। ਮੇਰੇ ਮਹਿਲ ਦੇ ਉੱਤੋਂ ਦੀ ਤਾਂ ਪੰਛੀ ਨਹੀਂ ਉੱਡ ਕੇ ਲੰਘ ਸਕਦਾ, ਕੋਈ ਚੋਰ ਦੀ ਕੀ ਮਜਾਲ ਹੈ। ਇੰਨੇ ਸਖਤ ਪਹਿਰਿਆਂ ਵਿੱਚ ਕੋਈ ਚੋਰੀ ਤਾਂ ਨਹੀਂ ਕਰ ਸਕਦਾ। ਜੰਤਰ ਮੰਤਰ ਕੀ ਰੱਛਿਆ ਮੇਰੇ। ਤੇ ਕੋਈ ਜੰਤਰ ਮੰਤਰ ਨਾਲ ਵੀ ਮੇਰੇ ਘਰ ਵਿੱਚ ਵੜ ਜਾਵੇ, ਇਹ ਵੀ ਸੌਖਾ ਨਹੀਂ, ਨਾਮੁਮਕਿਨ ਹੈ। ਕਿਉਂਕਿ ਮੇਰੇ ਕੋਲ ਦੇਵੀ ਮਾਤਾ ਦਾ ਵਰਦਾਨ ਹੈ ਤੇ ਜਾਦੂਗਰਾਂ ਨੇ, ਤਾਂਤਰਿਕ ਲੋਕਾਂ ਨੇ ਬੜੇ ਹੀ ਤੰਤਰ ਮੰਤਰ ਜੰਤਰ ਕਰਕੇ ਵਾੜ ਕੀਤੀ ਹੋਈ ਆ ਕਿਲੇ ਦੇ ਆਲੇ ਦੁਆਲੇ। ਕੋਏ ਨਾ ਆਏ ਸਕਹਿ ਮਮ ਨੇਰੇ। ਕੋਈ ਜੰਤਰ ਮੰਤਰ ਦੁਨੀਆ ਦਾ ਮੇਰੇ ਕਿਲੇ ਤੱਕ ਆ ਹੀ ਨਹੀਂ ਸਕਦਾ। ਮਹਾ ਸ਼ਕਤ ਜੁਤ ਜਿਸਨੇ ਕੀਨ। ਪਰ ਜਿਹਨੇ ਆ ਸਾਰੇ ਕਿਲੇ ਤੋੜਤੇ ਨੇ, ਜਿਹਨੇ ਸਾਰੇ ਪਹਿਰਿਆਂ ਦੇ ਹੁੰਦਿਆਂ, ਸਾਰੇ ਮੰਤਰਾਂ ਜੰਤਰਾਂ ਦੇ ਹੁੰਦਿਆਂ ਔਰ ਦੇਵੀ ਮਾਤਾ ਦਾ ਰਕਸ਼ਾ ਕਵਚ ਹੁੰਦਿਆਂ ਫੇਰ ਵੀ ਮੇਰੇ ਬਸਤਰ ਸ਼ਸਤਰ ਚੁੱਕ ਲਏ ਨੇ, ਉਹ ਕੋਈ ਵੱਡੀ ਸ਼ਕਤੀ ਵਾਲਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕੋਈ ਬਹੁਤ ਵੱਡੀ ਪਾਵਰ ਵਾਲਾ, ਜਿਹਦੇ ਮੰਤਰਾਂ ਦੇ ਨਾਲ ਮੇਰੇ ਮਹਿਲਾਂ ਵਿੱਚੋਂ ਇਹ ਸਮਾਨ ਮੇਰਾ ਗੁੰਮ ਹੋ ਗਿਆ ਹੈ। ਸ਼ਬਦ ਬਾਏ ਪਟ ਆਯੁਧ ਲੀਨ। ਹਾਂ, ਸਾਰੇ ਜਿੰਨੇ ਵੀ ਮੇਰੇ ਮੰਤਰ ਜੰਤਰ ਸੀ ਉਹ ਵੀ ਦਬਾ ਲਏ। ਦੇਵੀ ਮਾਤਾ ਦਾ ਵਰਦਾਨ ਵੀ ਥੱਲੇ ਰਹਿ ਗਿਆ, ਫੌਜਾਂ ਦੇ ਪਹਿਰੇ ਵੀ ਫੇਲ ਹੋ ਗਏ ਤੇ ਮੇਰਾ ਸਮਾਨ ਉੱਡ ਗਿਆ। ਇਹਦਾ ਮਤਲਬ ਹੈ ਵੀ ਰਾਜਾ ਬਿਸ਼ਨ ਸਿੰਘ ਵਾਲੇ ਪਾਸੇ ਜਿਨ੍ਹਾਂ ਨਾਲ ਮੇਰਾ ਵਿਰੋਧ ਹੈ, ਜਿਹੜੇ ਮੇਰੇ ਦੁਸ਼ਮਣ ਹਨ, ਉਹਨਾਂ ਦੇ ਕੋਲ ਕੋਈ ਪੂਰਨ ਬ੍ਰਹਮ ਗਿਆਨੀ, ਕੋਈ ਪਹੁੰਚਿਆ ਹੋਇਆ ਸਿੱਧ ਪੁਰਸ਼ ਹੈ। ਕਾਰ ਇਸ਼ਨਾਨ ਨ੍ਰਿਪ ਬੈਠਿਓ ਜਬ। ਰਾਜਾ ਕਾਮਰੂਪ ਦੇਸ਼ ਦਾ ਇਸੇ ਚਿੰਤਾ ਵਿੱਚ ਇਸ਼ਨਾਨ ਕਰਕੇ ਨਹਾ ਧੋ ਕੇ ਦੇਵੀ ਦੇ ਮੰਦਿਰ 'ਚ ਪੂਜਾ ਕਰਨ ਬੈਠ ਗਿਆ। ਨ੍ਰਿਪ ਜਨਨੀ ਆਈ ਚਲ ਤਬ। ਤਾਂ ਰਾਜੇ ਦੀ ਮਾਂ ਜਿਹੜੀ ਸੀ, ਉਹ ਰਾਜੇ ਨੂੰ ਆਸ਼ੀਰਵਾਦ ਦੇਣ ਵਾਸਤੇ, ਮਿਲਣ ਵਾਸਤੇ ਆਈ ਹੈ। ਸੁਤ ਕੋ ਅਤ ਦੀਨਸ ਉਤਸਾਹੂ। ਉਹਨੇ ਆਪਣੇ ਪੁੱਤਰ ਦਾ ਡੱਠਾ ਹੋਇਆ ਹੌਸਲਾ ਵੇਖਿਆ ਤੇ ਪੁੱਤਰ ਦੀ ਪਿੱਠ ਤੇ ਪਲੋਸ ਕੇ ਪਿਆਰ ਦੇ ਕੇ ਕਹਿਣ ਲੱਗੀ, ਨਹਿ ਸੁਚ ਹੋ ਨਰਪਤ ਉਰ ਮਾਹੂ। ਦੇਖ ਪੁੱਤਰ, ਤੂੰ ਰਾਜਾ ਹੈ, ਤੇਰੇ ਦੇਸ਼ ਦੇ, ਤੇਰੇ ਮੋਢਿਆਂ ਦੇ ਉੱਤੇ ਦੇਸ਼ ਦਾ ਭਾਰ ਹੈ। ਤੂੰ ਚਿੰਤਾ ਕਰੇਗਾ ਤੇ ਲੋਕਾਂ ਦਾ ਕੀ ਬਣੇਗਾ। ਹੌਸਲਾ ਰੱਖ, ਉਤਸ਼ਾਹ ਰੱਖ। ਚੰਗੇ ਮਾੜੇ ਦਿਨ ਆਉਂਦੇ ਨੇ ਜੰਗਾਂ ਯੁੱਧਾਂ ਦੇ ਵਿੱਚ। ਇੱਦਾਂ ਦੀਆਂ ਪ੍ਰਸਥਿਤੀਆਂ ਰਾਜਿਆਂ ਮਹਾਰਾਜਿਆਂ ਨੂੰ ਨਿੱਤ ਆਉਂਦੀਆਂ ਰਹਿੰਦੀਆਂ ਨੇ। ਮੈਂ ਹਉ ਭਗਤ ਚੰਡ ਜਗ ਮਾਤ। ਉਹ ਮਾਂ ਕਹਿਣ ਲੱਗੀ, ਵੇ ਪੁੱਤਰ, ਮੈਂ ਮਾਤਾ ਦੀ ਭਗਤ ਹਾਂ, ਮੈਂ ਜਗਤ ਮਾਤਾ ਚੰਡੀ ਕਮਛਿਆ ਨੂੰ ਪੂਜਦੀ ਹਾਂ। ਬੂਝਨ ਕਰੋ ਸਕਲ ਬਿਰਤਾਂਤ। ਅੱਜ ਮੈਂ ਮਾਤਾ ਦੇ ਚਰਨਾਂ 'ਚ ਧਿਆਨ ਲਾ ਕੇ ਬੈਠਾਂਗੀ ਤੇ ਮਾਤਾ ਚੰਡੀ ਤੋਂ, ਦੇਵੀ ਤੋਂ ਪੁੱਛਾਂਗੀ ਨਿਸ ਚਰਿੱਤਰ ਕੋ ਭੇਦ ਬਤਾਏ। ਕਿ ਹੇ ਮਾਤਾ ਰਾਣੀ, ਜੋ ਸਾਡੇ ਮਹਿਲਾਂ 'ਚ ਰਾਤ ਸਾਡੇ ਰਾਜੇ ਦੇ ਕੱਪੜੇ ਗੁੰਮ ਹੋਏ ਨੇ, ਜੋ ਰਾਜੇ ਦੀ ਪੱਗ, ਰਾਜੇ ਦਾ ਚੋਲਾ, ਰਾਜੇ ਦਾ ਕਮਰ ਕਸਾ, ਰਾਜੇ ਦਾ ਹਜੂਰੀਆ, ਰਾਜੇ ਦੇ ਸ਼ਸਤਰ ਬਸਤਰ ਗੁੰਮ ਹੋਏ ਨੇ, ਉਹਦਾ ਭੇਦ ਦੱਸ। ਇਹ ਕੌਣ ਲੈ ਗਿਆ ਹੈ। ਹੋਏ ਅੰਤ ਕੋ ਆਪ ਸਹਾਏ। ਅੰਤ ਵੇਲੇ ਮਾਤਾ ਸਹਾਇਤਾ ਕਰਦੀ ਹੈ ਤੂੰ ਆਪਣੇ ਬੱਚਿਆਂ ਦੀ। ਅਸੀਂ ਬੜੀ ਮੁਸੀਬਤ ਵਿੱਚ ਹਾਂ, ਸਾਨੂੰ ਬੜਾ ਖਤਰਾ ਜਾਪ ਰਿਹਾ, ਤੂੰ ਹੁਣ ਸਾਡੀ ਸਹਾਇਤਾ ਕਰ। ਸਦਾ ਕੁਸ਼ਲ ਆਪਣੀ ਤੂੰ ਜਾਨ। ਹੇ ਪੁੱਤਰ, ਤੂੰ ਚਿੰਤਾ ਨਾ ਕਰ, ਮੈਂ ਤੇਰੀ ਮਾਂ ਬੈਠੀ ਹਾਂ ਤੇ ਮੈਂ ਮਾਤਾ ਰਾਣੀ ਨੂੰ, ਪ੍ਰਮਾਤਮਾ ਦੀ ਸ਼ਕਤੀ ਨੂੰ, ਦੇਵੀ ਨੂੰ ਪੂਜਾਂਗੀ, ਚੰਡੀ ਨੂੰ ਪੂਜਾਂਗੀ, ਪੁੱਛਾਂਗੀ ਤੇ ਤੂੰ ਘਬਰਾ ਨਾ, ਹੌਸਲਾ ਰੱਖ। ਰਾਖੀ ਹਮਰੀ ਸ਼ਕਤ ਮਹਾਨ। ਕਿਉਂਕਿ ਦੇਵੀ ਰਾਣੀ ਨੇ, ਚੰਡੀ ਮਾਤਾ ਨੇ ਕਈ ਸਦੀਆਂ ਤੋਂ ਸਾਡੀ ਰਾਖੀ ਕੀਤੀ ਹੈ। ਉਹ ਸਾਡੇ ਦਾਦਿਆਂ ਪੜਦਾਦਿਆਂ ਤੋਂ, ਵੱਡਿਆਂ ਵਡੇਰਿਆਂ ਤੋਂ ਸਾਡੇ ਪਰਿਵਾਰ ਦੀ, ਸਾਡੇ ਦੇਸ਼ ਦੀ, ਸਾਡੀ ਕੌਮ ਦੀ ਰਾਖੀ ਕਰਦੀ ਹੈ।
ਇਮ ਕਹਿ ਕਰ ਨ੍ਰਿਪ ਜਨਨੀ ਗਈ। ਏਦਾਂ ਰਾਜੇ ਦੀ ਮਾਂ ਰਾਜੇ ਨੂੰ ਹੌਸਲਾ ਦੇ ਕੇ ਚਲੀ ਗਈ। ਕਰ ਇਸ਼ਨਾਨ ਤਨ ਪਾਵਨ ਪਈ। ਉਸ ਮਾਤਾ ਨੇ, ਬਜ਼ੁਰਗ ਮਾਤਾ ਨੇ ਵੀ ਇਸ਼ਨਾਨ ਕੀਤਾ ਤੇ ਪਵਿੱਤਰ ਹੋ ਕੇ ਸਾਫ ਸੁਥਰੇ ਕੱਪੜੇ ਪਹਿਨ ਕੇ ਦੇਵੀ ਕੇ ਮੰਦਰ ਚਲ ਜਾਏ। ਦੇਵੀ ਮਾਤਾ ਦੇ ਮੰਦਰ ਜਾ ਬੈਠੀ ਹੈ ਪੂਜਨ ਕੋ ਸਮਾਜ ਸਭ ਲਿਆਏ। ਤੇ ਪੂਜਾ ਦਾ ਸਾਰਾ ਸਮਾਨ ਲਿਆਈ ਹੈ। ਧੂਪ ਤੁਖਾਏ ਆਰਤੀ ਕਰੀ। ਉਹਨੇ ਪੂਜਾ ਦੀ ਸਮੱਗਰੀ, ਦੀਵੇ ਬਾਲ ਲਏ, ਧੂਪ ਤੁਖਾ ਲਈ, ਜੋਤ ਜਗਾ ਲਈ, ਫੁੱਲ ਲਿਆਂਦੇ ਹਨ ਤੇ ਜਿਹੜਾ ਵੀ ਪੂਜਾ ਦਾ ਸਮਾਨ ਸਮੱਗਰੀ ਲਿਆ ਕੇ ਤੇ ਦੇਵੀ ਦੀ ਪੂਜਾ 'ਚ ਬੈਠ ਗਈ ਹੈ। ਕੁਸ ਮਾਂਜੁਲ ਕੀ ਬਰਖਾ ਝਰੀ। ਔਰ ਉਹਨੇ ਆਰਤੀ ਕੀਤੀ ਹੈ, ਫੁੱਲਾਂ ਦੀ ਬਰਖਾ ਕੀਤੀ ਹੈ। ਸੰਖਨ ਕੀ ਧੁਨ ਘੰਟਨ ਕੀ, ਕਰ ਫੂਲਨ ਕੀ ਬਰਖਾ ਬਰਖਾਵੈ। ਆਰਤੀ ਕੋਟ ਕਰੈ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੈ। ਉਹਨੇ ਚੰਡੀ ਦੀ ਇਸ ਤਰੀਕੇ ਨਾਲ ਭਗਤੀ ਕੀਤੀ ਹੈ। ਸਰਬ ਪ੍ਰਕਾਰ ਕਿਰਿਆ ਕਰ ਸਾਰੀ। ਅਸਾਮ ਦੇ ਰਾਜੇ ਦੀ ਮਾਤਾ ਨੇ ਇਦਾਂ ਸਰਬ ਪ੍ਰਕਾਰ ਦੇ ਨਾਲ ਆਰਤੀ ਉਤਾਰ ਕੇ ਮੁਖ ਤੇ ਉਸਤਤ ਮੰਤਰ ਉਚਾਰੀ। ਦੇਵੀ ਦੀ ਉਸਤਤ ਵਾਲੇ ਮੰਤਰ ਮੂੰਹ ਤੋਂ ਉਚਾਰਨ ਕੀਤੇ ਹਨ। ਸਭ ਕੋ ਦੀਨਸ ਦੂਰ ਹਟਾਏ। ਔਰ ਸਾਰੇ ਆਪਣੇ ਨੌਕਰਾਂ ਨੂੰ, ਦਾਸੀਆਂ ਨੂੰ, ਮਹਿਲ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਿਹਾ, ਤੁਸੀਂ ਪਰੇ ਹਟ ਜਾਓ, ਮੇਰੇ ਨੇੜੇ ਨਹੀਂ ਆਉਣਾ। ਮੈਂ ਦੇਵੀ ਮਾਤਾ ਨਾਲ ਗੱਲਬਾਤ ਕਰਨੀ ਹੈ, ਧਿਆਨ ਲਾਣਾ ਹੈ। ਜੋ ਦੇਵੀ ਮਾਤਾ ਮੈਨੂੰ ਧਿਆਨ ਵਿੱਚ ਬਖਸ਼ੇਗੀ ਉਹ ਮੈਂ ਤੁਹਾਨੂੰ ਦੱਸਾਂਗੀ, ਪਰ ਉਹਨਾਂ ਚਿਰ ਮੇਰੇ ਨੇੜੇ ਕੋਈ ਨਾ ਆਵੇ। ਬੈਠੀ ਆਪ ਧਿਆਨ ਕੋ ਲਾਏ। ਦੇਵੀ ਮਾਤਾ ਦੇ ਮੰਦਰ ਵਿੱਚ ਰਾਜੇ ਦੀ ਮਾਂ ਧਿਆਨ ਲਾ ਕੇ, ਸਮਾਧੀ ਲਾ ਕੇ, ਚੌਂਕੜਾ ਲਾ ਕੇ ਬੈਠ ਗਈ ਹੈ। ਤਬ ਹੈ ਭਵਨ ਤੇ ਬਾਨੀ ਪਈ। ਜਦੋਂ ਉਸ ਰਾਜ ਮਾਤਾ ਨੂੰ ਬੈਠੀਆਂ ਕੁਝ ਸਮਾਂ ਬੀਤ ਗਿਆ, ਸੁਰਤੀ ਉਹਦੀ ਜੁੜ ਗਈ, ਧਿਆਨ ਪੂਰੀ ਤਰ੍ਹਾਂ ਆਪਣੇ ਕੇਂਦਰ ਬਿੰਦੂ ਤੇ ਇਕਾਗਰ ਹੋ ਗਿਆ ਦੇਵੀ ਮਾਤਾ ਦੇ ਚਰਨਾਂ ਵਿੱਚ, ਤਾਂ ਉਸ ਮਹਿਲ ਵਿੱਚ, ਉਸ ਮੰਦਰ ਵਿੱਚੋਂ ਆਕਾਸ਼ਬਾਣੀ ਹੋਈ ਹੈ। ਸੁਨ ਰਾਨੀ ਨਿਸਮਹਿ ਜਿਮ ਥਈ। ਰਾਜ ਮਾਤਾ ਨੂੰ, ਰਾਜ ਰਾਣੀ ਨੂੰ ਦੇਵੀ ਮਾਤਾ ਨੇ ਆਖਿਆ, ਹੇ ਰਾਣੀ, ਹੇ ਰਾਜ ਮਾਤਾ, ਸੁਣ, ਜੋ ਤੂੰ ਪੁੱਛਣਾ ਚਾਹੁੰਦੀ ਆ ਤੈਨੂੰ ਦੱਸਦੇ ਆ। ਤੂੰ ਇਹ ਹੀ ਪੁੱਛਣਾ ਚਾਹੁੰਦੀ ਆ ਵੀ ਰਾਜੇ ਦੇ ਬਸਤਰ ਰਾਤੋਂ ਰਾਤ ਕਿੱਥੇ ਚਲੇ ਗਏ, ਰਾਜੇ ਦੇ ਕਟਾਰ, ਖੰਜਰ, ਸ਼ਸਤਰ ਕਿੱਥੇ ਚਲੇ ਗਏ। ਤੈਨੂੰ ਦਸੀਏ ਜੋ ਰਾਤ ਬੀਤੀ ਹੈ। ਤੀਨ ਲੋਕ ਪਤ ਕੋ ਅਵਤਾਰ। ਇਹ ਰਾਜ ਮਾਤਾ, ਤਿੰਨਾਂ ਲੋਕਾਂ ਦਾ ਮਾਲਕ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਜੋ ਤ੍ਰਿਲੋਕੀ ਨਾਥ ਹੈ, ਜੋਤ ਨਿਰੰਜਨ ਹੈ, ਸਤ ਸਰੂਪ ਹੈ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਵੀ ਸੱਚ। ਉਹ ਪਰਮੇਸ਼ਰ ਆਦ ਨਿਰੰਜਨ ਹੈ, ਗੁਰੂ ਨਾਨਕ ਧਾਰ ਕੈ ਮੂਰਤ ਹੈ ਜਗ ਆਇਓ। ਤਿੰਨਾਂ ਲੋਕਾਂ ਦਾ ਮਾਲਕ ਦੁਨੀਆ ਤੇ ਅਵਤਾਰ ਧਾਰ ਕੇ ਆਇਆ ਹੈ। ਸ਼੍ਰੀ ਨਾਨਕ ਜਸ ਜਗਤ ਮਜਾਰ। ਉਹਨਾਂ ਦਾ ਨਾਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਜਿਨ੍ਹਾਂ ਦਾ ਜਸ ਸਾਰੇ ਸੰਸਾਰ ਵਿੱਚ, ਖੰਡਾਂ ਬ੍ਰਹਮੰਡਾਂ ਵਿੱਚ ਪਸਰਿਆ ਹੋਇਆ ਹੈ। ਤਿਸ ਗਾਦੀ ਗੁਰ ਤੇਗ ਬਹਾਦਰ। ਉਸ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ ਉੱਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਦਮਾਨ ਹਨ। ਜਹਾਂ ਸਿਮਰਿਐ ਹੈ ਤਿਸ ਥਲ ਹਾਦਰ। ਜਿੱਥੇ ਉਹਨਾਂ ਨੂੰ ਸਿਮਰੀਏ ਉੱਥੇ ਹੀ ਹਾਜ਼ਰ ਹੋ ਜਾਂਦੇ ਨੇ। ਤੇਗ ਬਹਾਦਰ ਸਿਮਰੀਐ ਘਰ ਨੌ ਨਿਧ ਆਵੈ, ਧਾਏ ਸਭ ਥਾਈ ਹੋਏ ਸਹਾਏ। ਉਹ ਸਾਰੀ ਦੁਨੀਆ ਦੇ ਸਾਂਝੇ ਗੁਰੂ ਨੇ। ਉਹਨਾਂ ਦੇ ਲਈ ਨਾ ਕੋਈ ਆਪਣਾ, ਨਾ ਕੋਈ ਬਗਾਨਾ, ਨਾ ਹਿੰਦੂ, ਨਾ ਮੁਸਲਮਾਨ, ਨਾ ਪੰਜਾਬੀ, ਨਾ ਬੰਗਾਲੀ। ਉਹ ਤਾਂ ਸਾਰੀ ਦੁਨੀਆ ਦੇ ਮਾਲਕ ਨੇ। ਭਗਤ ਰੂਪ ਆਪਨੋ ਬਪਤਾਰਿਓ। ਹੈ ਤਾਂ ਉਹ ਪਰਮੇਸ਼ਰ ਨੇ, ਹੈ ਤਾਂ ਉਹ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਜੀ ਆਪ ਨੇ, ਪਰ ਆਪਣਾ ਰੂਪ ਸਾਧੂਆਂ ਵਾਲਾ ਬਣਾਈ ਬੈਠੇ ਹਨ। ਭਗਤ ਰੂਪ ਬਣ ਕੇ ਆਏ ਨੇ। ਪਰਮੇਸ਼ਰ ਨੇ ਆਪਣਾ ਹੀ ਰੂਪ ਭਗਤ ਰੂਪ ਵਿੱਚ ਧਾਰਨ ਕੀਤਾ ਹੋਇਆ ਹੈ। ਨਾਮੋ ਗੁਰੂ ਜਗਤ ਜਿਨ ਤਾਰਿਓ। ਨੌਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ
ਸਾਧ ਰੂਪ ਆਪਣਾ ਤਨ ਧਾਰਿਆ, ਸਾਧ ਰੂਪ ਧਾਰਨ ਕੀਤਾ ਹੋਇਆ ਹੈ। ਜੋ ਸ਼ਰਧਾ ਧਰ ਸ਼ਰਨੀ ਪਰ, ਜਿਹੜਾ ਸ਼ਰਧਾ ਦੇ ਨਾਲ ਉਹਨਾਂ ਦੀ ਸ਼ਰਨ ਪੈ ਜਾਂਦਾ ਹੈ, ਤਿਹ ਸਹਾਇਤਾ ਸਭ ਥਲ ਕਰੈ। ਉਹਦੀ ਸਹਾਇਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਹਰ ਜਗ੍ਹਾ ਤੇ ਹਾਜ਼ਰ ਹੋ ਕੇ ਕਰਦੇ ਹਨ। ਨ੍ਰਿਪਤ ਜੋਧਪੁਰ ਸੇਵਕ ਭਇਓ। ਹੇ ਰਾਣੀ, ਹੇ ਰਾਜ ਮਾਤਾ, ਤੇਰੇ ਪੁੱਤਰ ਦਾ ਵਿਰੋਧੀ ਜਿਹੜਾ ਰਾਜਾ ਬਿਸ਼ਨ ਸਿੰਘ ਹੈ, ਜੋਧਪੁਰ ਦਾ ਰਾਜਾ, ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੇਵਕ ਬਣ ਗਿਆ ਹੈ। ਬੇਨਤੀ ਭਨਤ ਸੰਗ ਨਿਜ ਲਿਓ। ਉਹ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਨਾਲ ਲੈ ਕੇ ਆਇਆ ਜੰਗ ਵਿੱਚ। ਤੁਮਕੋ ਤਿਸ ਤੇ ਚਿੰਤਾ ਨਾਹੀ। ਪਰ ਰਾਜ ਮਾਤਾ, ਤੁਹਾਨੂੰ ਉਸ ਰਾਜੇ ਬਿਸ਼ਨ ਸਿੰਘ ਤੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਤੋਂ ਨਹੀਂ ਡਰਨਾ ਚਾਹੀਦਾ। ਕਿਉਂ? ਉਹ ਕਿਸੇ ਦੇ ਵੈਰੀ ਥੋੜਾ ਨੇ। ਗੁਰੂ ਤੇਗ ਬਹਾਦਰ ਸਾਹਿਬ ਕਿਸੇ ਦਾ ਬੁਰਾ ਨਹੀਂ ਕਰਦੇ। ਕੁਛ ਸੰਸੈ ਨਾ ਕਰੋ ਮਨ ਮਾਹੀ। ਦੇਵੀ ਮਾਤਾ ਧਿਆਨ ਵਿੱਚ ਆਕਾਸ਼ਬਾਣੀ ਦੁਆਰਾ ਉਸ ਮਾਈ ਨੂੰ ਦੱਸ ਰਹੀ ਹੈ, ਕਿਉਂਕਿ ਸਾਧ ਸੰਗਤ ਜੀ ਸਾਰਿਆਂ ਦਾ ਇਹ ਮਨ ਮੰਦਰ ਹੈ, ਇਹਦੇ ਵਿੱਚ ਹੀ ਪਰਮੇਸ਼ਰ ਬੋਲਦਾ ਹੈ। ਤੇ ਬੋਲਦਾ ਜਦੋਂ ਕੋਈ ਉਹਦੇ ਚਰਨਾਂ 'ਚ ਧਿਆਨ ਲਾ ਕੇ ਬੈਠੇਗਾ ਉਦੋਂ ਹੀ ਬੋਲੇਗਾ। ਜੇ ਸਾਡਾ ਮਨ ਹੀ ਇੱਧਰ ਉੱਧਰ ਮਾਇਆ ਦੇ ਵਿੱਚ ਖਿੰਡਿਆ ਹੋਇਆ, ਸਾਡਾ ਭਰੋਸਾ ਹੀ ਨਹੀਂ ਪਰਮੇਸ਼ਰ ਉੱਤੇ, ਫਿਰ ਪਰਮੇਸ਼ਰ ਸਾਡੇ ਨਾਲ ਗੱਲ ਕਿਵੇਂ ਕਰੇਗਾ? ਜਿਹੜੇ ਉਹਦੇ ਬਣ ਜਾਂਦੇ ਆ, ਉਹਦੇ ਚਰਨਾਂ 'ਚ ਝੁਕਾਉਂਦੇ ਆ ਸਿਰ, ਉਹਦੇ ਨਾਲ ਪਰਮੇਸ਼ਰ ਗੱਲਾਂ ਕਰਦਾ ਹੈ। ਕੋਈ ਦੇਵੀ ਰੂਪ ਵਿੱਚ ਮੰਨੇ, ਕੋਈ ਦੇਵਤੇ ਦੇ ਰੂਪ 'ਚ ਮੰਨੇ, ਕੋਈ ਰਾਮ ਕਹੇ, ਕੋਈ ਕ੍ਰਿਸ਼ਨ ਕਹੇ, ਕੋਈ ਅੱਲਾ ਕਹੇ, ਕੋਈ ਗਾਡ ਕਹੇ, ਉਹ ਚੀਜ਼ ਇੱਕੋ ਹੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਧਿਆਨ ਲਾ ਕੇ ਜਦੋਂ ਰਾਜ ਮਾਤਾ ਬੈਠ ਗਈ, ਅੰਦਰੋਂ ਹੀ ਪਰਮੇਸ਼ਰ ਦੀ ਸ਼ਕਤੀ ਦੀ ਆਵਾਜ਼ ਆਈ ਵੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਨੇ, ਉਹ ਕਿਸੇ ਦਾ ਬੁਰਾ ਨਹੀਂ ਕਰਦੇ। ਤੁਮ ਵੀ ਤਿਸ ਕੀ ਸ਼ਰਨ ਸਿਧਾਰੋ। ਜਿਵੇਂ ਰਾਜਾ ਬਿਸ਼ਨ ਸਿੰਘ ਤੁਹਾਡਾ ਵਿਰੋਧੀ ਗੁਰੂ ਸਾਹਿਬ ਦੀ ਸ਼ਰਨ ਪਿਆ ਹੈ, ਤੇ ਤੁਸੀਂ ਵੀ ਰਾਜੇ ਨੂੰ ਆਖੋ ਵੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪੈ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਤਿਓ ਸ਼ਰਨ ਜੈ ਹੈ ਤਿਤਿਓ ਰਾਖ ਲੈ ਹੈ। ਜਿੰਨੀ ਵੀ ਦੁਨੀਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਜਾਏਗੀ, ਉਹਨਾਂ ਨੇ ਓਨੀ ਬਚਾ ਲੈਣੀ ਹੈ, ਓਨੀ ਰੱਖ ਲੈਣੀ ਹੈ। ਮਿਲ ਕਰ ਆਪਣੋ ਕਾਜ ਸੁਧਾਰੋ। ਇਹ ਰਾਜ ਮਾਤਾ ਆਪਣੇ ਪੁੱਤਰ ਨੂੰ ਕਹਿ, ਆਪਣੇ ਮੰਤਰੀ ਮੰਡਲ ਨੂੰ, ਆਪਣੇ ਦੇਸ਼ ਵਾਸੀਆਂ ਨੂੰ ਵੀ ਤੁਸੀਂ ਲੜਾਈ ਝਗੜੇ 'ਚ ਕਿਉਂ ਪੈਂਦੇ ਹੋ? ਤੁਸੀਂ ਵਿਰੋਧ ਵਾਲੀ ਦ੍ਰਿਸ਼ਟੀ ਕਿਉਂ ਰੱਖਦੇ ਹੋ? ਤੁਸੀਂ ਗੁਰੂ ਸਾਹਿਬ ਜੀ ਨੂੰ ਮਿਲ ਕੇ ਆਪਣੀ ਆਤਮਾ ਦਾ ਵੀ ਭਲਾ ਕਰ ਲਓ ਤੇ ਆਪਣੇ ਦੇਸ਼ ਦਾ ਵੀ ਭਲਾ ਕਰ ਲਓ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੈ ਮੇਲੇ। ਗੁਰੂ ਦੀ ਸ਼ਰਨ ਜਾਣ ਵਾਲਾ ਤਾਂ ਇਸ ਦੁਨੀਆ 'ਚ ਵੀ ਸੁਖੀ ਰਹਿੰਦਾ ਤੇ ਅਗਲੇ ਜਹਾਨ ਵਿੱਚ ਵੀ ਸੁਖੀ ਹੁੰਦਾ ਹੈ। ਰਾਜ ਅਟਲ ਨਹਿ ਮਿਟਹਿ ਤੁਮਾਰੋ। ਹੇ ਰਾਜ ਮਾਤਾ, ਤੁਹਾਡਾ ਰਾਜ ਅਟਲ ਰਹੇਗਾ, ਤੁਹਾਡਾ ਰਾਜ ਨਹੀਂ ਮਿਟੇਗਾ, ਪਰ ਤੁਹਾਨੂੰ ਗੁਰੂ ਮਹਾਰਾਜ ਦੀ ਸ਼ਰਨ ਜ਼ਰੂਰ ਜਾਣਾ ਪਵੇਗਾ। ਮੇਰੋ ਕਹਿਓ ਸਾਚ ਨਿਰਤਾਰੋ। ਚੰਡੀ ਮਾਤਾ ਕਹਿਣ ਲੱਗੀ, ਮੇਰਾ ਕਿਹਾ ਸੱਚ ਜਾਣ ਲਓ ਕਿ ਇਸ ਕਲਯੁਗ ਦੇ ਵਿੱਚ, ਕਲਯੁਗ ਦਾ ਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ। ਕਲਯੁਗ ਪ੍ਰਮਾਣ ਨਾਨਕ ਗੁਰੂ ਅੰਗਦ ਅਮਰ ਕਹਾਇਓ। ਉਹਨਾਂ ਤੋਂ ਵੱਡਾ ਕੋਈ ਦੇਵੀ ਦੇਵਤਾ ਇਸ ਕਲਯੁਗ ਦੇ ਪਹਿਰੇ ਵਿੱਚ ਨਹੀਂ ਹੈ। ਰਾਜਾ ਰਾਣੀ ਸਭ ਪਰਿਵਾਰ। ਰਾਜਾ ਰਾਣੀ ਸਾਰਾ ਪਰਿਵਾਰ ਗੁਰੂ ਦੇ ਸਿੱਖ ਬਣ ਜਾਓ, ਗੁਰੂ ਦੇ ਚਰਨਾਂ 'ਚ ਢਹਿ ਪਾਓ। ਤੂੰ ਪੀ ਜਾਹੋ ਸੰਗ ਤਿਨ ਤਾਰ। ਇਹ ਰਾਜ ਮਾਤਾ, ਤੂੰ ਵੀ ਆਪਣੇ ਪੁੱਤਰ ਨੂੰ, ਆਪਣੀ ਨੂੰਹ ਨੂੰ, ਆਪਣੇ ਮੰਤਰੀਆਂ ਨੂੰ ਨਾਲ ਲੈ ਕੇ ਜਾਵੀਂ। ਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਪਿਆ ਜੇ। ਸ਼ਰਦਾ ਧਰ ਦਰਸ ਹੋਗੇ ਜਬ। ਦੇਵੀ ਮਾਤਾ ਆਕਾਸ਼ਬਾਣੀ 'ਚ ਕਹਿੰਦੀ ਹੈ ਕਾਮਰੂਪ ਦੇਸ਼ ਦੇ ਰਾਜੇ ਦੀ ਮਾਂ ਨੂੰ ਵੀ ਆਪਣੇ ਪੁੱਤਰ ਨੂੰ ਕਹੋ ਸਾਰਾ ਪਰਿਵਾਰ ਲੈ ਕੇ ਜਾਵੇ। ਸ਼ਰਧਾ ਦੇ ਨਾਲ ਜਦੋਂ ਜਾ ਕੇ ਦਰਸ਼ਨ ਕਰੋਗੇ ਸਕਲ ਕਾਜ ਸਿਧ ਹੋ ਵਹਿ ਤਬ। ਤਾਂ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ।
ਕੋਈ ਵਿਘਨ ਨਹੀਂ ਪਏਗਾ, ਕੋਈ ਲੜਾਈ ਝਗੜਾ ਨਹੀਂ ਹੋਵੇਗਾ, ਕੋਈ ਤੁਹਾਡੇ ਰਾਜ ਨੂੰ ਖਤਰਾ ਨਹੀਂ ਹੋਵੇਗਾ। ਸ਼੍ਰੀ ਗੁਰ ਕਰਹਿ ਕਿਰਪਾ ਸੋ ਕਿਰਪਾਲੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਿਰਪਾਲੂ ਹਨ ਤੇ ਕਿਰਪਾ ਜ਼ਰੂਰ ਕਰਨਗੇ। ਸਗਰੇ ਬਿਗਨ ਬਿਨਾਸ਼ਨ ਵਾਲੇ। ਉਹ ਸਾਰੇ ਵਿਘਨਾਂ ਦਾ ਨਾਸ਼ ਕਰਨ ਵਾਲੇ ਹਨ ਸਤਿਗੁਰੂ ਮਹਾਰਾਜ ਜੀ। ਨ੍ਰਿਪ ਜਨਨੀ ਦੇਵੀ ਤੇ ਸੁਨ ਕੈ। ਆ ਰਾਜੇ ਦੀ ਮਾਂ ਨੇ ਜਦੋਂ ਦੇਵੀ ਮਾਤਾ ਦੀ ਆਕਾਸ਼ਬਾਣੀ ਸੁਣੀ ਹੈ, ਬੰਦਨ ਕਰੀ ਬਾਕ ਸਭ ਮਨ ਕੈ। ਔਰ ਮਾਤਾ ਨੇ ਚੰਡੀ ਮਾਤਾ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ, ਮੱਥਾ ਟੇਕਿਆ ਹੈ। ਉਠ ਕਰ ਮਹਿਪਾਲਕ ਟਿਗ ਆਈ। ਤੇ ਰਾਜ ਮਾਤਾ ਉੱਠ ਕੇ ਆਪਣੇ ਪੁੱਤਰ ਕਾਮਰੂਪ ਦੇਸ਼ ਦੇ ਰਾਜੇ ਕੋਲ ਆਈ ਹੈ ਸਕਲ ਵਾਰਤਾ ਕੋ ਸਮਝਾਈ। ਤੇ ਆਪਣੇ ਪੁੱਤਰ ਨੂੰ ਕਹਿਣ ਲੱਗੀ, ਬੇਟਾ ਮੈਨੂੰ ਦੇਵੀ ਮਾਤਾ ਨੇ ਦਰਸ਼ਨ ਦਿੱਤੇ ਨੇ। ਆਕਾਸ਼ਬਾਣੀ ਵਿੱਚ ਮਾਤਾ ਨੇ ਮੈਨੂੰ ਸਮਝਾਇਆ ਹੈ ਸ਼੍ਰੀ ਨਾਨਕ ਪੁਰਸ਼ੋਤਮ ਆਏ। ਕਿ ਗੁਰੂ ਨਾਨਕ ਦੇਵ ਜੀ ਪਰਮਾਤਮਾ ਦਾ ਅਵਤਾਰ ਦੁਨੀਆ ਤੇ ਆਏ ਨੇ ਕਲਯੁਗ ਦੇ ਅੰਦਰ। ਸਰਬ ਦੇਸ਼ ਸਿੱਖੀ ਬਿਥਰਾਏ। ਗੁਰੂ ਨਾਨਕ ਦੇਵ ਜੀ ਸਾਰੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਿੱਖੀ ਦਾ ਬੂਟਾ ਲਾਇਆ ਹੈ। ਉਹਨਾਂ ਦੀ ਸਿੱਖਿਆ ਦੇ ਨਾਲ ਜਿਹੜੇ ਜੁੜੇ ਨੇ ਉਹ ਸਿੱਖ ਨੇ ਗੁਰੂ ਦੇ। ਹਾਂਜੀ, ਜੀਤੇ ਸਿੱਧ ਬਾਦ ਕੋ ਕਰੇ। ਗੁਰੂ ਨਾਨਕ ਦੇਵ ਜੀ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਗੁਰੂ ਮਹਾਰਾਜ ਨੇ ਸ਼ਬਦ ਨਾਲ ਸਾਰੀ ਦੁਨੀਆ ਜਿੱਤੀ ਹੈ। ਸਿੱਧ ਵੀ ਜਿੱਤੇ ਨੇ, ਮੁਸਲਮਾਨ ਮੱਕੇ ਕਾਬੇ ਵਿੱਚ ਜਾ ਕੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਹੈ। ਹਰਿਦੁਆਰ ਦੇ ਪਾਂਡਿਆਂ ਨੂੰ ਵੀ ਤਾਰਿਆ ਹੈ। ਕੀ ਹਿੰਦੂ ਕੀ ਮੁਸਲਮਾਨ ਸਭ ਉਹਨਾਂ ਦੇ ਸੇਵਕ ਬਣੇ ਹਨ। ਅਪਰ ਅਜ਼ਮਤੀ ਕੇ ਮਦ ਹਰੇ। ਔਰ ਬੜੇ ਬੜੇ ਕਰਾਮਾਤੀ ਲੋਕ ਜਿਹੜੇ ਸਨ ਉਹਨਾਂ ਦਾ ਹੰਕਾਰ ਤੋੜਿਆ ਹੈ। ਜਿਨ ਕੀ ਸਮਤਾ ਕਰੀ ਨਾ ਕਾਹੂ। ਗੁਰੂ ਨਾਨਕ ਦੇਵ ਜੀ ਦੀ ਬਰਾਬਰੀ ਕੋਈ ਨਹੀਂ ਕਰ ਸਕਿਆ। ਵਿਚਰੇ ਅਖਿਲ ਜਗਤ ਕੇ ਮਾਹੂ। ਔਰ ਗੁਰੂ ਮਹਾਰਾਜ ਜੀ ਸਾਰੀ ਦੁਨੀਆ 'ਚ ਵਿਚਰੇ ਹਨ। ਤਿਸ ਗਾਦੀ ਗੁਰ ਤੇਗ ਬਹਾਦਰ। ਗੁਰੂ ਨਾਨਕ ਦੇਵ ਜੀ ਦਾ ਨਾਂ ਤਾਂ ਬੇਟਾ ਸਾਰੀ ਦੁਨੀਆ ਜਾਣਦੀ ਹੈ। ਉਹਨਾਂ ਦੀ ਗੱਦੀ ਜੋ ਹੈ ਗੁਰੂ ਨਾਨਕ ਦੇਵ ਜੀ ਦੀ, ਉਹਦੇ ਉੱਤੇ ਇਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹਨ। ਬਿਸ਼ਨ ਸਿੰਘ ਕਰ ਬਿਨਤੀ ਸਾਦਰ। ਰਾਜਾ ਬਿਸ਼ਨ ਸਿੰਘ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕਰਕੇ ਆਪਣੇ ਨਾਲ ਲਿਆਂਦਾ ਹੈ। ਆਪਣੇ ਸੰਗ ਤਿਨਹੂ ਕੋ ਆਨਾ। ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮੈਂ ਕਾਮਰੂ ਦੇਸ਼ ਤੇ ਚੜ੍ਹਾਈ ਕਰਨੀ ਹੈ ਤੇ ਗੁਰੂ ਜੀ ਮੇਰੇ ਨਾਲ ਚੱਲੋ। ਤੇ ਗੁਰੂ ਤੇਗ ਬਹਾਦਰ ਸਾਹਿਬ ਰਾਜੇ ਦੀ ਬੇਨਤੀ ਮੰਨ ਕੇ ਇੱਥੇ ਸਾਡੇ ਦੇਸ਼ ਵਿੱਚ ਆਏ ਹਨ। ਜਿਸ ਤੇ ਹਮਰੋ ਬਲ ਸਭ ਹਾਨਾ। ਇਸੇ ਕਰਕੇ ਪੁੱਤਰ ਸਾਡਾ ਕੋਈ ਮੰਤਰ ਜੰਤਰ ਜਾਦੂ ਟੂਣਾ ਧਾਗਾ ਤਵੀਤ ਕੰਮ ਨਹੀਂ ਸੀ ਕਰ ਰਿਹਾ। ਆਪਾਂ ਇਹ ਸੋਚਦੇ ਸੀ ਵੀ ਸਾਡੇ ਮੰਤਰ ਜੰਤਰ ਕਿਉਂ ਨਹੀਂ ਚੱਲ ਰਹੇ। ਅੱਜ ਪਤਾ ਲੱਗ ਗਿਆ, ਕਿਉਂਕਿ ਉਸ ਪਾਸੇ ਬੜੀ ਵੱਡੀ ਸ਼ਕਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ, ਉਹਨਾਂ ਉੱਤੇ ਕੋਈ ਮੰਤਰ ਜੰਤਰ ਨਹੀਂ ਚੱਲ ਸਕਦਾ। ਤਿਨਹੂ ਬਸਤਰ ਸ਼ਸਤਰ ਮੰਗਵਾਏ। ਆ ਜਿਹੜੇ ਤੇਰੇ ਬਸਤਰ ਰਾਤੀ ਗੁੰਮ ਹੋਏ ਨੇ, ਤੇਰੀ ਪੱਗ ਤੇਰਾ ਚੋਲਾ ਤੇਰਾ ਕਮਰ ਕਸਾ ਜਾਂ ਤੇਰੇ ਗਹਿਣੇ ਜਾਂ ਤੇਰੇ ਗਾਤਰੇ ਦਾ ਖੰਜਰ ਅਲੋਪ ਹੀ ਹੋ ਗਿਆ ਕੋਲ ਬੈਠੇ ਬੈਠੇ, ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਮੰਗਵਾਇਆ ਹੈ। ਮਿਲਨ ਹੇਤ ਦੇਵੀ ਫਰਮਾਏ। ਤੇ ਮੈਂ ਦੇਵੀ ਮਾਤਾ ਦੇ ਚਰਨਾਂ 'ਚ ਅਰਦਾਸ ਕੀਤੀ ਹੈ। ਉਹਨੇ ਆਕਾਸ਼ਬਾਣੀ ਦੁਆਰਾ ਮੈਨੂੰ ਇਹ ਹੁਕਮ ਦਿੱਤਾ ਹੈ ਵੀ ਰਾਜਾ ਸਣੇ ਪਰਿਵਾਰ ਆਪਣੀ ਰਾਣੀ ਨੂੰ ਲੈ ਕੇ, ਆਪਣੇ ਮੰਤਰੀ ਮੰਡਲ ਨੂੰ ਲੈ ਕੇ, ਬੜੇ ਚੰਗੇ ਬੰਦਿਆਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੀ ਸ਼ਰਨ ਜਾ ਪਵੇ। ਕਿਰਪਾ ਕਰਹਾਂਗੇ ਸ਼ਰਣੀ ਪਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰ ਦੇਣਗੇ ਜੇ ਉਹਨਾਂ ਦੀ ਸ਼ਰਨ ਪਾਓਗੇ ਤਾਂ। ਅਬ ਚਲ ਰਾਜ ਆਪਨੋ ਕਰੋ। ਤੇ ਗੁਰੂ ਸਾਹਿਬ ਦੀ ਸ਼ਰਨ ਪੈ ਕੇ ਆਪਣਾ ਰਾਜ ਭਾਗ ਬਚਾ ਲਓ। ਹੋਰ ਕੋਈ ਤਰੀਕਾ ਨਹੀਂ ਹੈ। ਹੁਣ ਪੜੇ ਮੰਤਰ ਕੋਟੰ ਕਹਿੰਦੇ ਭਾਵੇਂ ਕਰੋੜਾ ਮੰਤਰ ਪੜ੍ਹ ਲਓ, ਬਚਾ ਕਿਉਂ ਨਾ ਕਿਉਂ ਹੋ ਕਰੇ ਕਾਲ ਚੋਟੰਗ, ਬਚ ਨਹੀਂ ਸਕੋਗੇ। ਪਰ ਜੇ ਜਿਤਿਓ ਸ਼ਰਨ ਜੈ ਹੈ ਤਿਤਿਓ ਰਾਖ ਲੈ ਹੈ। ਗੁਰੂ ਤੇਗ ਬਹਾਦਰ ਦੀ ਸ਼ਰਨ ਪਾਓਗੇ ਤੇ ਸਤਿਗੁਰੂ ਜੀ ਬਚਾ ਲੈਣਗੇ।
ਸੁਨ ਆਇਸ ਕਾਮਖਿਆ ਕੇਰੀ ਇਹ ਕਾਮਖਿਆ ਦੇਵੀ ਦੀ ਆਗਿਆ ਜਦੋਂ ਰਾਜੇ ਨੇ ਸੁਣੀ, ਤਿਆਰੀ ਕਰ ਮਹਿ ਪਾਲਕ ਨੇਰੀ ਰਾਜੇ ਨੇ ਉਸੇ ਵੇਲੇ ਤਿਆਰੀਆਂ ਆਰੰਭ ਕਰ ਦਿੱਤੀਆਂ। ਸਕਲ ਕੁਟੰਬ ਸੰਗ ਨਿਜ ਲੀਨ ਆਪਣਾ ਪਰਿਵਾਰ ਸਾਰਾ ਨਾਲ ਲੈ ਕੇ ਗਮਨਿਓ ਤਬ ਮਹਿਪਾਲ ਪ੍ਰਬੀਨ ਸਿਆਣਾ ਰਾਜਾ ਕਾਮਰੂਪ ਦੇਸ਼ ਦਾ ਰਾਜਾ ਚੱਲ ਪਿਆ ਹੈ। ਪਹੁੰਚਿਓ ਬ੍ਰਹਮ ਪੁੱਤਰ ਤਟ ਜਾਈ ਬ੍ਰਹਮਪੁੱਤਰ ਦਰਿਆ ਦੇ ਕੰਢੇ ਤੇ ਪਹੁੰਚ ਗਿਆ ਸੁੰਦਰ ਦ੍ਰਿੜ ਨੌਕਾ ਮੰਗਵਾਈ ਔਰ ਬੜੀ ਸੋਹਣੀ ਸੋਹਣੀ ਸੁੰਦਰ ਪਾਲ ਆਪਣੀ ਕਿਸ਼ਤੀ ਨੌਕਾ ਬੇੜੀ ਮੰਗਵਾਈ ਹੈ। ਭਇਓ ਅਰੂਡਣ ਜਲ ਪਰ ਚਲੀ ਰਾਜਾ ਸੋਹਣੀ ਸੁੰਦਰ ਬੇੜੀ 'ਚ ਸਵਾਰ ਹੋਇਆ ਆਪਣੇ ਮੰਤਰੀ ਮੰਡਲ ਨੂੰ ਲੈ ਕੇ, ਤੇ ਉਹ ਬ੍ਰਹਮਪੁੱਤਰ ਦਰਿਆ ਵਿੱਚ ਠੇਲ ਦਿੱਤੀ ਹੈ ਬੇੜੀ। ਮਹਿਪਤ ਲਏ ਉਪਾਇਨ ਪਲੀ ਤੇ ਬੜੀਆਂ ਵਧੀਆ ਵਧੀਆ ਭੇਟਾਵਾਂ, ਕੀਮਤੀ ਬਸਤਰ, ਸ਼ਸਤਰ, ਚੰਗੇ ਚੰਗੇ ਤੋਹਫੇ, ਸੋਨਾ ਚਾਂਦੀ ਲੈ ਕੇ ਦਿਵਸ ਬਤੀਤਿਓ ਉਤਰਤ ਪਾਰ ਕਹਿੰਦੇ ਉਰਲੇ ਪਾਸੇ ਆਉਂਦਿਆਂ ਆਉਂਦਿਆਂ ਦਿਨ ਬੀਤ ਗਿਆ। ਪਹੁੰਚਿਓ ਸੰਧਿਆ ਸਮੈ ਉਰਾਰ ਸ਼ਾਮ ਦੇ ਸਮੇਂ ਰਾਜਾ ਉਰਲੇ ਪਾਸੇ ਉਤਰਿਆ ਆ ਕੇ। ਊਚ ਦਮਦਮੇ ਗੁਰੂ ਬਿਰਾਜੇ ਉੱਚੇ ਦਮਦਮੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਸਨ। ਲਸ਼ਕਰ ਨਿਕਟ ਸੁਨਤ ਬਜ ਬਾਜੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਲਾਗੇ ਹੀ ਬਾਦਸ਼ਾਹ ਦੀਆਂ ਫੌਜਾਂ, ਰਾਜੇ ਬਿਸ਼ਨ ਸਿੰਘ ਦੀਆਂ ਫੌਜਾਂ ਦੂਰ ਦੂਰ ਤੱਕ ਫੈਲੀਆਂ ਹੋਈਆਂ ਸਨ ਤੇ ਬੜੇ ਵਾਜੇ ਗਾਜੇ ਵੱਜ ਰਹੇ ਸਨ। ਸੋ ਸਾਧ ਸੰਗਤ ਜੀ, ਇਸ ਤੋਂ ਅੱਗੇ ਰਾਜਾ ਗੁਰੂ ਸਾਹਿਬ ਨੂੰ ਕਿਵੇਂ ਮਿਲਿਆ, ਕਿਵੇਂ ਗੁਰੂ ਸਾਹਿਬ ਦੀ ਸ਼ਰਨ ਤੱਕੀ ਹੈ, ਗੁਰੂ ਸਾਹਿਬ ਨੇ ਰਾਜੇ ਨੂੰ ਕੀ ਉਪਦੇਸ਼ ਦਿੱਤਾ, ਕਿਸ ਪ੍ਰਕਾਰ ਨਾਲ ਦੋਵਾਂ ਰਾਜਿਆਂ ਦੀ ਗੁਰੂ ਤੇਗ ਬਹਾਦਰ ਸਾਹਿਬ ਸੰਧੀ ਕਰਵਾਈ, ਉਹ ਕਥਾ ਆਪ ਜੀ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਹੇ ਗੋਬਿੰਦ, ਹੇ ਗੋਪ